ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮੰਨੈ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮੰਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਸੰਤ ਰਹਿਤ ਸੁਨਹੁ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨ ਜਾਈ। ਰਹੋ ਬਰਤਨ ਜਾ ਕੈ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸੱਤਰ ਜਾ ਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਕੋਟ ਕੋਟ ਅਗ ਕੱਟ ਨਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਤਾ ਕਾ ਸੰਗ ਬਛ ਹੈ ਸੁਰਦੇਵ, ਅਮੋਗ ਦਰਸ ਸਫਲ ਜਾ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤ ਹੈ ਟਹਿਲ ਦੀਜੈ ਗੁਣਤਾਸ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤ ਹੈ ਟਹਿਲ ਦੀਜੈ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਬੜੀ ਮਹਾਨ ਬਖਸ਼ਿਸ਼ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ ਹਨ ਔਰ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਨਿਤਨੇਮ, ਉਪਰੰਤ ਅੰਮ੍ਰਿਤ ਰੂਪ ਗੁਰਬਾਣੀ ਦੀ ਕੋਈ ਸਮੇਂ ਲਈ ਵਿਚਾਰ ਕਰਦੇ ਹਾਂ। ਅੱਜ ਦੇ ਸ਼ਬਦ ਵਿੱਚ ਸੰਤ ਮਹਾਂਪੁਰਖਾਂ ਦੀ ਜੋ ਰਹਿਤ ਮਰਜ਼ਾਦਾ ਹੈ, ਜਿਹਦੇ ਬਾਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਸਾ ਰਾਗ ਦੇ ਸ਼ਬਦ ਵਿੱਚ ਸਾਰਾ ਵਰਣਨ ਕੀਤਾ ਹੈ। ਕਿਉਂਕਿ ਬਾਣੀ ਦੱਸਦੀ ਹੈ ਸੰਤ ਅਨੰਤ ਹੈ ਅੰਤਰ ਨਾਹੀ। ਸੰਤ ਦਾ ਅਤੇ ਅਨੰਤ ਪਰਮਾਤਮਾ ਦਾ ਆਪਸ ਵਿੱਚ ਕੋਈ ਅੰਤਰ ਭੇਦ ਨਹੀਂ। ਐਸਾ ਵੀ ਲਿਖਿਆ ਹੈ, ਜਾ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਜਿਹੜਾ ਉਹਨਾਂ ਗਿਆਨਵਾਨ ਮਹਾਂਪੁਰਖਾਂ ਵਿੱਚ ਅਤੇ ਪਰਮੇਸ਼ਰ ਵਿੱਚ ਅੰਤਰ ਭੇਦ ਜਾਣਦਾ ਹੈ, ਉਹ ਕਹਿੰਦੇ ਪੁਰਸ਼ ਇਸ ਤਰ੍ਹਾਂ ਜਿਵੇਂ ਉਹ ਹੈ ਤਾਂ ਮਨੁੱਖ ਜਨਮ, ਪਰ ਉਹਦੀ ਬਿਰਤੀ ਪਸ਼ੂਆਂ ਵਾਲੀ ਹੈ, ਸੂਝ ਬੂਝ ਤੋਂ ਰਹਿਤ ਹੈ। ਅਤੇ ਗੁਰੂ ਮਹਾਰਾਜ ਉਹਨਾਂ ਮਹਾਂਪੁਰਖਾਂ ਪ੍ਰਤੀ ਕਿਰਪਾ ਕਰਕੇ ਉਹਨਾਂ ਮਹਾਂਪੁਰਖਾਂ ਦੇ ਜਿਹੜੇ ਲੱਛਣ ਆ ਉਹ ਵਰਣਨ ਕਰਦੇ ਹਨ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਬਖਸ਼ਿਸ਼ ਕਰ ਰਹੇ ਹਨ। ਆਠ ਪਹਿਰ ਨਿਕਟ ਕਰ ਜਾਣੈ। ਉਹ ਸੰਤ ਮਹਾਤਮਾ ਕੈਸੇ ਹਨ? ਉਹ ਅੱਠੋਂ ਪਹਿਰ ਪਰਮਾਤਮਾ ਨੂੰ ਆਪਣੇ ਨੇੜੇ ਕਰਕੇ ਜਾਣਦੇ ਹਨ। ਕਿਉਂਕਿ ਦੂਰ ਬਤਾਵਤ ਪਾਇਆ ਨੀਰਾ, ਜਿਹਨੂੰ ਦੂਰ ਕਹਿੰਦੇ ਸੀ ਨਾ, ਉਹ ਰੱਬ ਨੂੰ ਨੇੜੇ ਤੋਂ ਨੇੜਿਓਂ ਪਾ ਲਿਆ। ਕਿਉਂਕਿ ਇੱਕ ਵਸਤੂ ਪ੍ਰਛਿੰਨ ਹੁੰਦੀ ਹੈ, ਜਿਹੜੀ ਇੱਕ ਦੇਸੀ ਹੁੰਦੀ ਹੈ, ਉਹਦਾ ਕੋਈ ਮਾਪ ਤੋਲ ਵੀ ਹੁੰਦਾ, ਮਿਣਤੀ ਗਿਣਤੀ 'ਚ ਆ ਜਾਂਦੀ ਹੈ। ਪਰ ਜਿਹੜੀ ਵਿਆਪਕ ਵਸਤੂ ਆ, ਉਹ ਅਮਾਪ ਹੁੰਦੀ ਹੈ, ਤੋਲਣ ਵਿੱਚ, ਬੋਲਣ 'ਚ ਔਰ ਮਾਪਣ ਵਿੱਚ ਉਹਨੂੰ ਆਪਾਂ ਨਹੀਂ ਕਰ ਸਕਦੇ।
ਕਿਉਂ ਉਹਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ ਹੈ। ਅਤੇ ਉਹਨਾਂ ਦਾ ਅਨੁਭਵ ਇੰਨਾ ਖੁੱਲ੍ਹ ਗਿਆ ਕਿ ਉਹ ਪਰਮਾਤਮਾ ਨੂੰ ਸ਼ਾਹ ਰਾਗ ਨਾਲੋਂ ਵੀ ਨੇੜੇ ਜਾਣਦੇ ਆ। ਅੱਠੋਂ ਪੈਰ ਉਹਨਾਂ ਦੀ ਦ੍ਰਿਸ਼ਟੀ ਐਸੀ ਬਣ ਗਈ ਜਿਵੇਂ ਹੁਣ ਆਕਾਸ਼ ਹੈ, ਜਿੱਧਰ ਵੀ ਦੇਖਾਂਗੇ ਕੋਈ ਜਗ੍ਹਾ ਐਸੀ ਨਹੀਂ ਵੀ ਜਿੱਥੇ ਆਕਾਸ਼ ਨਹੀਂ ਹੈ, ਵਿਆਪਕ ਹੈ ਨਾ। ਅਤੇ ਜਿਸ ਨੇ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਆਕਾਸ਼ ਪਤਾਲ ਬਣਾਏ, ਉਹ ਕਿੰਨਾ ਕੁ ਵਿਆਪਕ ਹੋਏਗਾ। ਅਤੇ ਆਮ ਜਿਹੜੇ ਸੰਸਾਰ ਦੇ ਜੀਵ ਆ, ਉਹਨਾਂ ਦੀ ਦ੍ਰਿਸ਼ਟੀ ਜਿਹੜੀ ਉਹ ਪਰਛੇਨਿਆ ਇੱਕ ਦੇਸੀ ਹੈ। ਉਹ ਥੋੜ੍ਹੇ ਵਿੱਚ ਹੀ ਸਮਝਦੇ ਆ। ਜਿੱਥੇ ਆਪਣਾ ਸਨੇਹ ਆ ਉੱਥੇ ਤਾਂ ਉਹਨਾਂ ਨੂੰ ਰੱਬ ਨਜ਼ਰ ਆਏਗਾ, ਜਿੱਥੇ ਬੈਰ ਭਾਵਨਾ ਉੱਥੇ ਉਹ ਪਰਮਾਤਮਾ ਨੂੰ ਨਹੀਂ ਦੇਖਦੇ, ਉੱਥੇ ਉਹ ਬੈਰੀ ਭਾਵਨਾ ਦੇਖਦੇ ਆ। ਅਤੇ ਜਿਹੜੇ ਮਹਾਂਪੁਰਖ ਆ ਉਹਨਾਂ ਦੇ ਅੰਦਰ ਇਹ ਦਵੰਦਾਵਾਦ ਹੁੰਦਾ ਨਹੀਂ, ਰਾਗ ਦਵੇਸ਼ ਨਹੀਂ ਹੁੰਦੀ। ਨਿੰਦਿਆ ਉਸ ਤੋਂ ਉੱਪਰ ਹੋ ਜਾਂਦੇ, ਮਾਨ ਅਪਮਾਨ ਤੋਂ ਉੱਪਰ ਹੋ ਜਾਂਦੇ। ਉਹ ਅੱਠੋਂ ਪੈਰ ਉਸ ਪਰਮਾਤਮਾ ਨੂੰ ਨੇੜੇ ਕਰਕੇ ਜਾਣਦੇ ਹਨ। ਜਿਵੇਂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਹਰ ਜਗ੍ਹਾ ਉਹਨੂੰ ਹਾਜ਼ਰ ਨਾਜ਼ਰ ਸਮਝਦੇ ਹਨ। ਉਹ ਆਪ ਤਾਂ ਕਿਸੇ ਦਾ ਬੁਰਾ ਕਰਦੇ ਨਹੀਂ। ਜੇ ਕੋਈ ਉਹਨਾਂ ਦਾ ਬੁਰਾ ਕਰਦਾ ਅਤੇ ਪਰਮੇਸ਼ਰ ਉਹਨਾਂ ਦੀ ਸਹਾਇਤਾ ਵੀ ਕਰਦਾ ਹੈ, ਰੱਖਿਆ ਵੀ ਕਰਦਾ ਹੈ। ਇਹ ਤਾਂ ਹੁਣ ਮੇਰੇ ਪ੍ਰਾਣੀ ਹੋ ਗਿਆ, ਮੇਰੇ ਆਸਰੇ ਹੋ ਗਿਆ। ਕਿਉਂਕਿ ਜਦੋਂ ਫਿਰ ਉਹ ਉਹਦੇ ਪ੍ਰਾਣ ਉਹਦੇ ਆਸਰੇ ਹੋ ਜਾਂਦੇ ਆ, ਜਿਵੇਂ ਮਾਤਾ ਦੀ ਗੋਦੀ ਦਾ ਬੱਚਾ ਆ, ਉਹ ਆਪ ਤਾਂ ਕੁਝ ਕਰਨ ਜੋਗਾ ਨਹੀਂ, ਉਹ ਮਾਤਾ ਪਿਤਾ ਦੇ ਆਸਰੇ ਹੈ। ਉਹਦੀ ਸਾਰੀ ਕਿਰਿਆ ਉਹ ਮਾਤਾ ਪਿਤਾ ਐਟੋਮੈਟਿਕ ਆਪੇ ਹੀ ਕਰੀ ਜਾਂਦੇ ਸੁੱਤੇ ਸਿੱਧੇ। ਕਿਉਂਕਿ ਬੱਚੇ ਦੇ ਅੰਦਰ ਹਾਲੇ ਅਹੰਗ ਭਾਵ ਹੋਮੇ ਵਾਲਾ ਭਾਵ ਨਹੀਂ। ਇਸੇ ਤਰ੍ਹਾਂ ਜਦੋਂ ਉਹ ਮਹਾਂਪੁਰਖ ਅਵਸਥਾ ਉੱਚੀ ਸੁੱਚੀ ਬਣ ਜਾਂਦੀ ਹੈ, ਬੱਚਾ ਤਾਂ ਅਗਿਆਨ ਅਵਸਥਾ 'ਚ ਹੈ, ਪਰ ਉਹ ਗਿਆਨਵਾਨ, ਜਾਣਦੇ ਵੀ ਸਭ ਕੁਝ ਹੈ, ਪਰ ਉਹਦੇ ਪ੍ਰਾਣ ਆਸਰੇ ਹੋ ਜਾਂਦੇ ਆ। ਅਤੇ ਉਹ ਸਮਝਦੇ ਇਸ ਕਾ ਬਲ ਨਹੀਂ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ। ਕਿ ਪਰਮਾਤਮਾ ਉਹਨਾਂ ਦੀ ਹਰ ਜਗ੍ਹਾ ਸਹਾਇਤਾ ਵੀ ਕਰਦੇ ਆ। ਆਠ ਪਹਿਰ ਨਿਕਟ ਕਰ ਜਾਣੇ, ਅੱਠੋਂ ਪੈਰ ਉਹਨੂੰ ਨੇੜੇ ਕਰਕੇ ਜਾਣਦੇ ਹਨ। ਔਰ ਜੋ ਪਰਮਾਤਮਾ ਦਾ ਹੁਕਮ ਆ, ਅਤੇ ਆਪਾਂ ਜੇ ਤਾਂ ਆਪਣੇ ਅਨੁਕੂਲ ਗੱਲ ਹੋਵੇ ਫਿਰ ਤਾਂ ਕਹਾਂਗੇ ਠੀਕ ਹੈ, ਅਤੇ ਜੇ ਆਪਣੇ ਉਲਟਿਆ ਫਿਰ ਅਸੀਂ ਰੱਬ ਨੂੰ ਵੀ ਮਿਹਣੇ ਮਾਰਦੇ ਹਾਂ ਵੀ ਅਸੀਂ ਰੱਬ ਦਾ ਕੀ ਵਿਗਾੜਿਆ, ਅਸੀਂ ਹੁਣ ਸਾਡਾ ਇਉਂ ਕਰ ਦਿੱਤਾ। ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਪਰ ਉਹ ਜਿਹੜੇ ਮਹਾਂਪੁਰਖ ਆ, ਅੱਠੋਂ ਪੈਰ ਉਹਨੂੰ ਨੇੜੇ ਕਰਕੇ ਜਾਣਦੇ ਆ, ਵਿਆਪਕ ਰੂਪ ਕਰਕੇ ਜਾਣਦੇ ਆ। ਪ੍ਰਭ ਕਾ ਕੀਆ ਮੀਠਾ ਮਨ, ਪ੍ਰਭੂ ਨਿਰੰਕਾਰ ਪਰਮੇਸ਼ਰ ਜੋ ਕਰਦੇ ਆ ਉਹਦੇ ਹੁਕਮ ਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਦੇ ਆ ਕਿ ਉਹਦਾ ਭਾਣਾ ਇਸ ਤਰ੍ਹਾਂ ਹੀ ਆ, ਉਹਦਾ ਹੁਕਮ ਇਸੇ ਪ੍ਰਕਾਰ ਹੀ ਹੈ। ਅਤੇ ਉਹਨਾਂ ਦੀ ਧਾਰਨਾ ਹੈ ਅਸੀਂ ਦੁੱਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤੇ ਸਹਿ ਚਤਾਰ। ਕਿ ਦੁੱਖ ਸਾਡੇ ਕੋਈ ਪਾਪ ਕਰਮਾਂ ਦਾ ਹੈ ਜਾਂ ਕੋਈ ਖਾਣ ਪੀਣ ਦੀ ਬਦ ਪਰਹੇਜੀ ਤੋਂ ਹੈ, ਅਤੇ ਸੁੱਖ ਸਾਡੇ ਪੁੰਨਾਂ ਦਾ, ਇਹ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਅਤੇ ਆਮ ਜਿਹੜਾ ਸੰਸਾਰੀ ਜੀਵ ਆ
ਉਹ ਕਹੂਗਾ ਰੱਬ ਸਾਨੂੰ ਦੁੱਖ ਦੇ ਰਿਹਾ, ਕਿਉਂਕਿ ਰੱਬ ਦਾ ਤਾਂ ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਆ। ਦੁੱਖ ਸਾਡੇ ਆਪਣੇ ਕਰਮਾਂ ਦੇ ਆ। ਸੁੱਖ ਜਿਹੜਾ ਪੁੰਨਾਂ ਤੋਂ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ। ਪਰ ਜਿਹੜੇ ਗੁਰਮੁਖ ਪਿਆਰੇ ਹੈ ਉਹ ਕਹਿੰਦੇ ਵੀ ਹੁਕਮ ਵਿੱਚ ਹੀ ਹੈ, ਭਾਣੇ ਵਿੱਚ ਹੀ ਹੈ, ਰਜ਼ਾ ਵਿੱਚ ਹੈ। ਉਹ ਪਰਮਾਤਮਾ ਦੇ ਕੀਤੇ ਦੇ ਉੱਤੇ ਕਿੰਤੂ ਨਹੀਂ ਕਰਦੇ। ਜੋ ਪਰਮਾਤਮਾ ਕਰਦਾ ਉਹਦੇ ਹੁਕਮ ਨੂੰ ਮਿੱਠਾ ਜਾਣ ਕੇ ਮੰਨਦੇ ਹਨ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਉਹ ਤਿਮਰਦਾਨ ਦਾ ਜੋ ਇਲਾਕਾ ਸੀ, ਪਠਾਨ ਵਗੈਰਾ ਉੱਥੇ ਕਾਫੀ ਸੀਗੇ। ਅਤੇ ਦੂਸਰਾ ਜਿਹੜੇ ਪੁਜਾਰੀ ਲੋਕ ਆ, ਭਾਵੇਂ ਮਹਾਂਪੁਰਖ ਤਾਂ ਧਰਮ ਦਾ ਜਿਹੜਾ ਬਾਨੀ ਐਸਾ ਉਪਦੇਸ਼ ਨਹੀਂ ਦਿੰਦਾ ਕਿਸੇ ਨਾਲ ਈਰਖਾ ਦਵੈਸ਼ ਜਾਂ ਕਿਸੇ 'ਤੇ ਜ਼ੁਲਮ ਕੀਤਾ ਜਾਏ। ਅਤੇ ਜਿਹੜੇ ਗਾਂ ਆਉਣ ਵਾਲੇ ਪੁਜਾਰੀ ਲੋਕ ਆ ਉਹ ਧਰਮ ਦਾ ਪ੍ਰਯੋਗ ਗਲਤ ਪਾਸੇ ਕਰਦੇ ਆ। ਦੋਹਾਂ ਪ੍ਰਤੀ ਐਸੀ ਨਫ਼ਰਤ ਵਾਲੀ ਭਾਵਨਾ ਪੈਦਾ ਕਰ ਦੇਣੀ ਵੀ ਇਹ ਧਰਤੀ ਦੇ ਮਾਲਕ ਅਸੀਂ ਹਾਂ, ਇਹ ਦੇਸ਼ ਸਾਡਾ ਆ, ਇੱਥੇ ਦੂਜੇ ਨੂੰ ਰਹਿਣ ਦਾ ਕੋਈ ਹੱਕ ਨਹੀਂ। ਬੰਦਾ ਬੰਦੇ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਕਿੰਨੀਆਂ ਲੜਾਈਆਂ ਫੜਾਈਆਂ, ਕਿੰਨੇ ਅਤਿਆਚਾਰ ਹੁੰਦੇ ਆ। ਪਰ ਧਰਮ ਤਾਂ ਇਹ ਕੋਈ ਸਿੱਖਿਆ ਦਿੰਦਾ ਨਹੀਂ। ਉਹ ਲੋਕ ਧਰਮ ਦੇ ਆੜ ਵਿੱਚ ਐਸੇ ਗਲਤ ਕੰਮ ਕਰਦੇ ਆ। ਉਹਨਾਂ ਨੂੰ ਹੁੰਦਾ ਸੀ ਵੀ ਇਹ ਇਸਲਾਮੀ ਦੇਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਦਾ ਫੈਲਾਓ ਕਰ ਰਹੇ। ਕਈ ਵਾਰੀ ਉਹ ਬੁਰੀ ਨੀਤ ਦੇ ਨਾਲ ਹੁੰਦੇ ਸੀ ਵੀ ਅੱਜ ਉਹਨਾਂ ਦਾ ਕਤਲ ਕਰ ਦਈਏ ਜਾਂ ਇਹਨਾਂ ਨੂੰ ਚੁੱਕ ਕੇ ਗੈਰ ਇਲਾਕੇ 'ਚ ਲੈ ਜਾਈਏ। ਹਿੰਦੂ ਸਿੱਖ ਕਹਿਣਗੇ ਸਾਡਾ ਪੀਰ ਕਿੱਥੇ, ਅਸੀਂ ਕਹਾਂਗੇ ਇੰਨੇ ਲੱਖ ਰੁਪਇਆ ਦਿਓ ਫੇਰ ਦਿਆਂਗੇ, ਅਗਵਾ ਕਰਕੇ। ਕਈ ਵਾਰੀ ਉਹਨਾਂ ਨੇ ਐਸੀਆਂ ਕੋਸ਼ਿਸ਼ਾਂ ਕਰਨ ਦਾ ਯਤਨ ਕੀਤਾ, ਪਰ ਉਹਨਾਂ ਦੇ ਜਿਹੜੇ ਸਾਰੇ ਯਤਨ ਸੀ ਉਹ ਨਿਸਫਲ ਚਲੇ ਜਾਂਦੇ ਸੀ। ਬਾਬਾ ਜੀ ਦੇ ਨਾਲ ਨਾ ਤਾਂ ਕੋਈ ਅੰਗ ਰੱਖਿਅਕ ਸੀ, ਨਾ ਕੋਈ ਫੌਜ, ਕੋਈ ਕੋਟ ਕਿਲਾ ਸੀ। ਇੱਕ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਸੀ, ਉਹਨੂੰ ਨੇੜੇ ਕਰਕੇ ਜਾਣਦੇ ਸੀ। ਉਹਦੇ ਹੁਕਮ 'ਚ ਜੋ ਵੀ ਹੁੰਦਾ ਉਹਨੂੰ ਮਿੱਠਾ ਕਰਕੇ ਮੰਨਦੇ ਸੀ। ਅਤੇ ਜਦੋਂ ਇਨਸਾਨ ਆਪਣਾ ਆਪ ਇੰਨਾ ਨਿਰੰਕਾਰ ਨੂੰ ਸਮਰਪਿਤ ਕਰ ਦੇਵੇ ਅਤੇ ਪਰਮੇਸ਼ਰ ਵੀ ਫਿਰ ਉਹਦਾ ਬਣ ਜਾਂਦਾ ਨਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਏਕ ਨਾਮ ਸੰਤਨ ਆਧਾਰ, ਇੱਕ ਪਰਮੇਸ਼ਰ ਦੇ ਨਾਮ ਦਾ ਉਹਨਾਂ ਸੰਤ ਜਨਾਂ ਨੂੰ ਆਧਾਰ ਆਸਰਾ ਹੈ। ਜਿੱਥੇ ਨਾਮ ਆ ਗਿਆ ਉੱਥੇ ਨਾਮੀ ਵੀ ਆ ਜਾਂਦਾ ਪਰਮੇਸ਼ਰ। ਅਤੇ ਜਿਹੜੀਆਂ ਬਰਕਤਾਂ ਉਹ ਵੀ ਨਾਮ ਦੇ ਵਿੱਚ ਹੀ ਆ ਸਾਰੀਆਂ। ਨਾਮ ਦੀ ਸ਼ਬਦ ਦੀ ਕਮਾਈ ਕਰਨ ਨਾਲ ਬਹੁਤ ਬਰਕਤਾਂ ਆ ਜਾਂਦੀਆਂ ਹਨ। ਇੱਕ ਵਾਰੀ ਉਹ ਪਠਾਨ ਇਕੱਠੇ ਹੋ ਕੇ ਆ ਗਿਆ ਕਿ ਬਾਬਾ ਸਾਨੂੰ ਕੋਈ ਖਾਣ ਨੂੰ ਦੇ। ਅਤੇ ਮਹਾਂਪੁਰਖ ਕਹਿੰਦੇ ਵੀ ਐਂ ਕਰੋ, ਤੁਸੀਂ ਖੱਚਰਾਂ 'ਤੇ ਊਠ ਲੈ ਆਓ, ਤੁਹਾਨੂੰ ਜੋ ਵਸਤੂ ਚਾਹੀਦੀ ਹੈ ਇਹ ਗੂਣਾ ਵਿੱਚ ਲੱਦ ਕੇ ਲੈ ਜਾਓ, ਉਵੇਂ ਲੈ ਜਾਓਗੇ ਅਤੇ ਉਹ ਫੇਰ ਮੁੱਕ ਜਾਏਗਾ। ਕਹਿਣ ਲੱਗੇ ਬਾਬਾ ਤੂੰ ਬਹਾਨਾ ਬਣਾਉਣਾ ਅਤੇ ਇਸ ਢੰਗ ਨਾਲ ਜਾਣ ਅਤੇ ਬਾਅਦ 'ਚ ਖਿਸਕ ਜਾਏ। ਬਾਬਾ ਜੀ ਕਹਿੰਦੇ ਨਹੀਂ,
ਅਸੀਂ ਜੋ ਬਚਨ ਕੀਤਾ ਬਚਨ ਦੇ ਪੱਕੇ ਹਾਂ, ਕਿਤੇ ਨਹੀਂ ਜਾਂਦੇ। ਅਤੇ ਲੈ ਆਓ। ਉਹ ਖਚਰਾਂ ਉਠ ਲੈ, ਰਾਤ ਦਾ ਵੇਲਾ ਸੀ, ਸਾਰੇ ਸੇਵਾਦਾਰ ਸੁੱਤੇ ਹੋ ਸਕੇ ਅਤੇ ਖੁੱਲ੍ਹੀ ਕਿਰਿਆ ਸੀ, ਕੋਈ ਚਾਰ ਦੀਵਾਰੀ, ਕੋਈ ਜੰਦਾ ਵਗੈਰਾ ਤਾਂ ਹੈ ਨਾ ਲਾਉਂਦੇ ਸੀ। ਕਹਿੰਦੇ ਵੀ ਇੱਥੇ ਆ ਰਾਸ਼ਨ ਪਾਣੀ ਪਿਆ। ਉਹ ਜਿਵੇਂ ਕਹਿੰਦੇ ਅੰਨੇ ਨੂੰ ਦੋ ਅੱਖਾਂ, ਭੁੱਖੇ ਨੂੰ ਤਾਂ ਜੋ ਮਿਲ ਜਾਵੇ ਲਾ ਹੀ ਹੁੰਦਾ। ਉਹ ਜੋ ਵਸਤੂ ਵੀ ਸਾਰੀ ਲੱਦ ਲਦਾ ਕੇ ਤੇ ਲੈ ਗਏ। ਸਵੇਰੇ ਸੇਵਾਦਾਰ ਜਿਹੜੇ ਉੱਠੇ, ਲਾਂਗਰੀ ਗਏ ਲੰਗਰ 'ਚ, ਉੱਥੇ ਕੋਈ ਸਮਾਨ ਹੀ ਹੈ ਨਹੀਂ, ਸਭ ਚੌੜ ਚਪੱਟ ਹੋਇਆ, ਖਾਲੀ ਪਿਆ। ਉਹ ਕਹਿਣ ਲੱਗੇ ਵੀ ਰਾਤ ਤਾਂ ਕੋਈ ਡਾਕਾ ਪੈ ਗਿਆ, ਵੀ ਕਿਸੇ ਨੂੰ ਜਾਗ ਹੀ ਨਹੀਂ ਆਈ, ਪਤਾ ਹੀ ਨਹੀਂ ਲੱਗਿਆ। ਉਹ ਫਿਰ ਸਮੇਂ ਨਾਲ ਵੀ ਹੁਣ ਮਹਾਂਪੁਰਖ ਆਪਣੀ ਸਮਾਧੀ ਤੋਂ ਉੱਠੇ ਹੋਣੇ ਆ, ਦਰਸ਼ਨ ਕਰਨ ਵੀ ਗਏ, ਨਮਸਕਾਰ ਕੀਤੀ, ਬੇਨਤੀ ਵੀ ਕੀਤੀ। ਫਿਰ ਮਹਾਰਾਜ ਭਈ ਜਿਹੜਾ ਭੰਡਾਰਾ ਉਹ ਤਾਂ ਸਾਰਾ ਭੰਡਾਰ ਖਾਲੀ ਪਿਆ, ਕੋਈ ਵਸਤੂ ਹੈ ਹੀ ਨਹੀਂ ਕਿ ਹੁਣ ਜਲ ਪਾਣੀ ਲੰਗਰ ਪਾਣੀ ਕਿਵੇਂ ਤਿਆਰ ਕੀਤਾ ਜਾਏ। ਫਿਰ ਰਾਤ 'ਤੇ ਡਾਕਾ ਪੈ ਗਿਆ। ਮਹਾਂਪੁਰਖ ਕਹਿੰਦੇ ਫਿਰ ਹੁਣ ਕਿਵੇਂ ਕੀਤਾ ਜਾਏ। ਅਖੇ ਪੁਲਿਸ ਦੇ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਜਾਏ। ਕਹਿਣ ਲੱਗੇ ਵੀ ਜੇ ਰਾਸ਼ਨ ਹੁੰਦਾ ਤੁਸੀਂ ਫਿਰ ਕੀ ਕਰਦੇ। ਕਹਿੰਦੇ ਮਹਾਰਾਜ ਫਿਰ ਲੰਗਰ ਪਾਣੀ ਤਿਆਰ ਕਰਦੇ, ਆਪ ਵੀ ਆਇਆ ਗਿਆ ਨੂੰ ਵੀ ਛਕਦੇ ਛਕਾਉਂਦੇ। ਕਹਿੰਦੇ ਵੀ ਜਿਹੜੇ ਲਗਾਏ ਉਹ ਵੀ ਤਾਂ ਸੰਗਤ ਹੀ ਹੋਏਗੀ, ਵੀ ਤੁਹਾਨੂੰ ਕਿੰਨਾ ਤਰੱਦਦ ਕਰਨਾ ਪੈਣਾ ਸੀ ਬਣਾਉਣ ਵਾਸਤੇ। ਅੱਗ ਬਾਲੋ, ਭਾਂਡਾ ਟਿੰਡਾ ਤਿਆਰ ਕਰੋ, ਫਿਰ ਲੰਗਰ ਪਾਣੀ ਬਣਾਓ, ਛਕੋ ਛਕਾਓ। ਹੁਣ ਉਹ ਆਪੇ ਬਣਾਉਣਗੇ, ਆਪੇ ਖਾਣਗੇ, ਤੁਹਾਡੀ ਤਾਂ ਖੇਚਲ ਮੁੱਕ ਗਈ। ਕਹਿੰਦੇ ਮਹਾਰਾਜ ਫਿਰ ਲੰਗਰ ਦਾ, ਕਹਿੰਦੇ ਵੀ ਲੰਗਰ ਤਾਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੈਗਾ, ਕਿ ਜੇ ਉਹਨਾਂ ਨੇ ਲੰਗਰ ਚਲਾਉਣਾ ਹੋਏਗਾ ਤਾਂ ਆਪੇ ਕਿਰਪਾ ਕਰ ਦੇਗਾ, ਕਿਉਂਕਿ ਮਹਾਂਪੁਰਖਾਂ ਦਾ ਅਗਰਾਹੀ ਕਰਨ ਦਾ ਹੁਕਮ ਹੀ ਨਾ ਸੀ। ਪਰ ਜਿੱਥੇ ਨਾਮ ਦੀ ਸ਼ਬਦ ਦੀ ਬਰਕਤ ਆ, ਉਹ ਸਵੇਰੇ ਹੀ ਸੰਗਤਾਂ ਫੇਰ ਬੇਅੰਤ ਰਾਸ਼ਨ ਲੈ ਆਈਆਂ। ਉਸੇ ਤਰ੍ਹਾਂ ਫੇਰ ਲੰਗਰ ਪਾਣੀ ਚੱਲਣ ਲੱਗ ਪਿਆ, ਕਿਉਂਕਿ ਜਿਨ੍ਹਾਂ ਮਹਾਂਪੁਰਖਾਂ ਨੂੰ ਇੱਕ ਨਾਮ ਦਾ ਆਧਾਰ ਆਸਰਾ ਪਰਮੇਸ਼ਰ ਉਹਨਾਂ ਦੇ ਬਸ ਹੋ ਜਾਂਦਾ। ਪਰਮੇਸ਼ਰ ਉਹਨਾਂ ਦੀ ਫਿਰ ਕੰਡ ਲੱਗਣ ਨਹੀਂ ਦਿੰਦਾ, ਉਹਨਾਂ ਦੀ ਲਾਜ ਰੱਖਦਾ ਹੈ। ਭਗਤ ਜਨਾਂ ਕੀ ਹਰ ਜਿਉ ਤੁਰ ਤੂ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜਿਉ ਹਰਨਾਕ ਸਮਾਰ ਪਚਾਇਆ। ਏਕ ਨਾਮ ਸੰਤਨ ਆਧਾਰ, ਉਹ ਜਿਹੜੇ ਸੰਤ ਮਹਾਂਪੁਰਖਿਆਂ ਨੂੰ ਇੱਕ ਨਾਮ ਦਾ ਆਧਾਰ ਆਸਰਾ, ਨਾਮ ਦੀ ਬਰਕਤ ਨਾਲ ਉਸੇ ਤਰ੍ਹਾਂ ਫੇਰ ਲੰਗਰ ਚੱਲਣ ਲੱਗ ਪੈਂਦੇ ਆ, ਦੀਵਾਨ ਸਜਣ ਲੱਗ ਪੈਂਦੇ ਆ। ਹੋਏ ਰਹੇ ਸਭ ਕੀ ਪਗ ਛਾਰ, ਫਿਰ ਉਹਨਾਂ 'ਚ ਨਿਮਰਤਾ ਇੰਨੀ ਹੁੰਦੀ ਹੈ, ਉਹ ਸਾਰੇ ਸੰਗਤ ਦੇ ਗੁਰਮੁਖਾਂ ਦੇ ਪੱਗ ਚਰਨਾਂ ਦੀ ਛਾਰ ਮੈਨੇ ਧੂੜ ਹੋ ਕੇ ਰਹਿੰਦੇ ਆ। ਨਿਮਰਤਾ ਇੰਨੀ ਹੁੰਦੀ ਹੈ। ਹਉਮੈ ਵਾਲਾ ਜਿਹੜਾ ਭਾਵ ਆ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ, ਕਿਉਂਕਿ ਹੋਂ ਮੈਂ ਵਿੱਚੋਂ ਖੋਵੈ, ਇਹ ਭਾਵ ਨੂੰ ਖਤਮ ਕਰ ਦਿੰਦੇ ਆ। ਅਤੇ ਜਿੰਨਾ ਸੰਸਾਰ ਆ ਉਹ ਹੋਂ ਮੈਂ ਦੇ ਵਿੱਚ ਪਿਆ ਹੋਇਆ। ਉਹਨਾਂ ਦਾ ਹੈ ਆਪਣਾ ਚੀਨਸ, ਆਪਣੇ ਆਪ ਨੂੰ ਜਾਣਦੇ ਨਹੀਂ। ਭਰਮ ਪੈ ਰੋਵੈ, ਭਰਮ ਪੈ ਵਿੱਚ ਰੋਂਦੇ ਆ। ਪਰ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਅੰਦਰ ਹਉਮੈ ਬਿਰਤੀ ਨਹੀਂ, ਹੰਕਾਰ ਬਿਰਤੀ ਨਹੀਂ। ਉਹ ਸੰਗਤ ਦੇ ਚਰਨਾਂ ਦੀ ਛਾਰ ਧੂੜ ਬਣ ਕੇ ਰਹਿੰਦੇ, ਇੰਨੀ ਨਿਮਰਤਾ। ਅਤੇ ਕਬੀਰ ਸਾਹਿਬ ਨੂੰ ਪੁੱਛਿਆ ਸੀ ਨਾ, ਬਈ
ਸੇਵਕ ਇਹੋ ਜਿਹਾ ਚਾਹੀਦਾ। ਪਹਿਲਾਂ ਕਹਿੰਦੇ ਰਾਹ ਦਾ ਰੋੜਾ ਬਣ ਜਾਏ, ਕਹਿੰਦੇ ਇਹ ਵੀ ਨਹੀਂ ਹੈ, ਐਵੇਂ ਆਉਣ ਜਾਣ ਵਾਲੇ ਦੇ ਹਾਂਜੀ ਪੈਰਾਂ 'ਚ ਠੋਕਰਾਂ ਹੀ ਲਾਉਂਦਾ। ਕਹਿੰਦੇ ਧੂੜ ਬਣ ਜਾਏ, ਕਹਿੰਦੇ ਉਹ ਵੀ ਨਹੀਂ, ਐਵੇਂ ਅੰਗਾਂ ਨੂੰ ਮਿੱਟੀ ਲੱਗ ਜਾਂਦੀ ਹੈ। ਕਹਿੰਦੇ ਪਾਣੀ, ਕਹਿੰਦੇ ਨਹੀਂ, ਪਾਣੀ ਵੀ ਠੰਡਾ ਤੱਤਾ ਹੋ ਜਾਂਦਾ। ਕਹਿੰਦੇ ਫਿਰ ਕਿਹੋ ਜਿਹਾ ਚਾਹੀਏ? ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਤਰ੍ਹਾਂ ਦਾ ਪਰਮੇਸ਼ਰ ਆ ਉਸੇ ਤਰ੍ਹਾਂ ਦਾ ਹਰੀ ਦਾ ਜਨ ਹੋ ਜਾਏ। ਹਰੀ ਦਾ ਜਨ, ਕਿਉਂਕਿ ਹੁਣ ਮੂਲ ਮੰਤਰ ਦੇ ਵਿੱਚ 9 ਵਿਸ਼ੇਸ਼ਣ ਲਿਖੇ ਆ। ਉਹ ਪ੍ਰਕਾਸ਼ ਰੂਪ ਹੈ, ਉਹਦਾ ਸੱਚਾ ਨਾਮ ਹੈ, ਕਰਤਾ ਆ, ਉਹ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਆ, ਨਿਰਭਉ ਨਿਰਵੈਰ ਆ, ਕਾਲ ਤੋਂ ਰਹਿਤ ਆ। ਤੇ ਆਪਣੇ ਆਪ ਪ੍ਰਕਾਸ਼ ਰੂਪ ਹੈ, ਗੁਰੂ ਦੀ ਪ੍ਰਸਾਦ ਨਾਲ ਮਿਲਦਾ ਕਿਰਪਾ ਨਾਲ। ਜਦੋਂ ਇਹਦਾ ਜਾਪ ਕਰਦਾ ਉਹਦੇ 'ਚ ਵੀ ਉਹੀ ਗੁਣ ਪੈਦਾ ਹੋ ਜਾਂਦੇ ਆ। ਜੈਸਾ ਸੇਵਾ ਤੈਸੋ ਹੋਵੇ। ਜੇ ਇਹੋ ਜਿਹਾ ਦੀ ਕੋਈ ਸੇਵਾ ਕਰਦਾ ਨਾ, ਉਹ ਫਿਰ ਉਹੋ ਜਿਹਾ ਹੀ ਬਣ ਜਾਂਦਾ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਹਰੀ ਦਾ ਸੇਵਕ ਹਰ ਵਰਗਾ ਹੀ ਬਣ ਜਾਂਦਾ, ਕੋਈ ਭੇਦ ਨਹੀਂ ਰਹਿੰਦਾ। ਇਸ ਵਾਸਤੇ ਕਹਿੰਦੇ ਆ ਉਹ ਜਿਹੜੇ ਮਹਾਂਪੁਰਖ ਆ ਉਹਨਾਂ 'ਚ ਇੰਨੀ ਨਿਮਰਤਾ, ਇੰਨੀ ਗਰੀਬੀ, ਇੰਨਾ ਸਹਿਜ, ਇੰਨਾ ਵਿਚਾਰ ਆ ਜਾਂਦਾ। ਔਰ ਸੰਤ ਰਹਿਤ ਸੁਨਹੁ ਮੇਰੇ ਭਾਈ। ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਨੇ ਵੀ ਸੰਤਾਂ ਦੀ ਰਹਿਤ ਮਰਜ਼ਾਦਾ ਕੀ, ਸੰਤ ਕਿਹੋ ਜਿਹਾ ਹੁੰਦੇ ਆ? ਕਹਿੰਦੇ ਸੰਤ ਰਹਿਤ ਸੁਨਹੁ ਮੇਰੇ ਭਾਈ। ਇਹ ਮੇਰੇ ਭਰਾਵੋ, ਇਹ ਗੁਰੂ ਪਿਆਰਿਓ, ਸੰਤਾਂ ਦੀ ਜਿਹੜੀ ਰਹਿਤ ਮਰਜ਼ਾਦਾ ਉਹ ਤੁਸੀਂ ਸਾਤੋਂ ਸੁਣ ਲਓ। ਉਹਨਾਂ ਦੀ ਰਹਿਤ ਮਰਜ਼ਾਦਾ ਕੀ ਹੈ? ਹਰੇਕ ਨੇ ਆਪੋ ਆਪਣੀ ਮਰਜ਼ਾਦਾ ਬਣਾਈ ਹੈ। ਕਹਿੰਦੇ ਵੀ ਸੰਤਾਂ ਦੀ ਰਹਿਤ ਕਿਹੋ ਜਿਹੀ ਹੈ, ਸੰਤਾਂ ਦੀ ਮਰਜ਼ਾਦਾ ਕਿਹੋ ਜਿਹੀ ਹੈ। ਬਾਕੀ ਸੰਸਾਰ ਨੇ ਆਪੋ ਆਪਣੀ ਮਰਜ਼ਾਦਾ ਕਲਪੀ ਹੋਈ ਹੈ। ਕੋਈ ਕਿਸ ਤਰ੍ਹਾਂ ਰੱਖ ਰਿਹਾ, ਕੋਈ ਕਿਵੇਂ ਕਰ ਰਿਹਾ। ਕਹਿੰਦੇ ਉਆ ਕੀ ਮਹਿਮਾ ਕਥਨ ਨਾ ਜਾਈ। ਉਹ ਜਿਹੜੇ ਮਹਾਂਪੁਰਖ ਹੈ ਨਾ, ਉਹਨਾਂ ਦੀ ਜਿਹੜੀ ਮਹਿਮਾ ਆ ਉਹ ਕਥਨ ਕਰਕੇ ਦੱਸੀ ਨਹੀਂ ਜਾਂਦੀ। ਇਤਨੀ ਮਹਾਨ ਮਹਿਮਾ, ਜਿਵੇਂ ਹੁਣ ਪਰਮੇਸ਼ਰ ਦੀ ਮਹਿਮਾ ਵੀ ਕੋਈ ਕਿੰਨੀ ਕੁ ਕਹਿ ਕੇ ਦੱਸ ਦੂਗਾ। ਤੇ ਮਹਾਰਾਜ ਨੇ ਵੀ ਇੰਨਾ ਗੁਰੂ ਗ੍ਰੰਥ ਸਾਹਿਬ ਪੜ੍ਹਾਰ ਲਿਖ ਕੇ ਇਹ ਲਿਖਿਆ ਨਾ, ਬਹੁਤ ਉਪਮਾ ਥੋੜ੍ਹ ਕਹੀ। ਉਪਮਾ ਤਾਂ ਬਹੁਤ ਹੈ, ਕਹਿੰਦੇ ਥੋੜ੍ਹੀ ਜਿਹੀ ਕਹੀ ਆ। ਫਿਰ ਸੋਦਰ ਦੀ ਪੌੜੀ ਪੜ੍ਹ ਲਓ, ਫਿਰ ਜਿਹੜੇ ਉਹਦੀ ਮਹਿਮਾ ਕਰਨ ਵਾਲੇ ਆ ਪਹਿਲਾਂ ਕਿੰਨੇ ਗਿਣੇ ਆ ਸਾਰੇ। ਫਿਰ ਅਖੀਰ ਇਹ ਲਿਖਿਆ ਨਾ, ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ। ਕਹਿੰਦੇ ਹੋਰ ਕਿੰਨੇ ਕੁ ਗਾਉਂਦੇ ਆ, ਕਹਿੰਦੇ ਸਾਰੇ ਤਾਂ ਚੇਤੇ ਵੀ ਨਹੀਂ ਆਉਂਦੇ। ਫਿਰ ਸਤਿਯੁਗ ਦੇ ਭਗਤਾਂ ਬਾਰੇ ਵੀ ਦੱਸਿਆ, ਮੇਨ ਤ੍ਰੇਤੇ ਵਿੱਚ ਹੋਏ ਆ, ਦੁਆਪਰ 'ਚ ਹੋਏ ਆ, ਕਲਯੁਗ 'ਚ ਹੋਏ ਆ। ਕਹਿੰਦੇ ਪਹਿਲਾਂ ਤਾਂ ਬਹੁਤ ਗਿਣੇ ਨਾ, ਕਹਿੰਦੇ ਹੋਰ ਵੀ ਬਹੁਤ ਆ, ਕੋਈ ਅੰਤ ਹੀ ਨਹੀਂ ਹੈ। ਉਸ ਪਰਮਾਤਮਾ ਦਾ ਵੀ ਅੰਤ ਨਹੀਂ, ਉਹਦੇ ਪਿਆਰਿਆਂ ਦਾ ਵੀ ਅੰਤ ਨਹੀਂ, ਉਹਨਾਂ ਦੀ ਮਹਿਮਾ ਦਾ ਵੀ ਅੰਤ ਨਹੀਂ। ਵਾਹ ਕੀ ਮਹਿਮਾ ਕਥਨ ਨਾ ਜਾਈ। ਉਹਨਾਂ ਦੀ ਜਿਹੜੀ ਮਹਿਮਾ ਹੈ, ਵਡਿਆਈ ਹੈ, ਗੌਰਵਤਾਈ ਹੈ, ਉਹ ਕਥਨ ਕਰਕੇ ਦੱਸੀ ਨਹੀਂ ਜਾਂਦੀ। ਅਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਿਹਨੇ, ਕਹਿੰਦੇ ਸੁਣ ਵੱਡਾ ਆਖਾ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹੇ ਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣ ਵਾਲੇ ਕਹਿ ਕਿੰਨੇ ਚਲੇ ਗਏ, ਅੱਜ ਤੇ ਉਹਦੀ ਵਡਿਆਈ ਮੁੱਕੀ ਆ, ਇਹ ਮੁੱਕਣ ਵਾਲੀ ਨਹੀਂ ਹੈਗੀ। ਵਾਹ ਕੀ ਮਹਿਮਾ, ਉਹਨਾਂ ਦੀ ਮਹਿਮਾ ਜਿਹੜੀ ਹੈ ਕਥਨ ਨਾ ਜਾਈ, ਕਥਨ ਕਰਕੇ ਦੱਸੀ ਨਹੀਂ ਜਾਂਦੀ ਹੈ। ਰਹੋ ਅਸਥਾਈ ਦੀ ਪੰਗਤੀ ਦੁਆਰਾ ਕਿਰਪਾ ਕਰਦੇ ਹਨ।
ਕਹਿੰਦੇ ਮਹਾਰਾਜ ਫਿਰ ਵੀ ਕੁਝ ਨਾ ਕੁਝ ਤਾਂ ਦੱਸੋ ਨਾ। ਇੱਕ ਤਾਂ ਸੋ ਸੰਵੇਦ ਹੁੰਦਾ, ਇੱਕ ਪਰ ਸੰਵੇਦ ਹੁੰਦਾ। ਇੱਕ ਹੁੰਦਾ ਵੀ ਪਰਾਏ ਤੋਂ ਸੁਣ ਕੇ ਵੀ ਉਹਨੇ ਆਹ ਕੌਤਕ ਕੀਤਾ ਸੀ, ਇਸ ਤਰ੍ਹਾਂ ਮੇਰੇ ਨਾਲ ਇਸ ਤਰ੍ਹਾਂ ਕੌਤਕ ਹੋਇਆ, ਬੰਦਾ ਦੱਸ ਦਊਗਾ। ਹਾਂਜੀ, ਫਿਰ ਮੇਰੇ ਗਰੀਬੀ ਸੀ, ਉਹਨੇ ਬਚਨ ਦਿੱਤਾ, ਮੇਰੇ ਮਾਇਆ ਆ ਗਈ, ਮੇਰੇ ਪੁੱਤਰ ਨਹੀਂ ਸੀ, ਬਚਨ ਹੋਇਆ ਪੁੱਤਰ ਹੋ ਗਿਆ, ਜਾਂ ਮੈਨੂੰ ਰੋਗ ਸੀ, ਉਹਨਾਂ ਨੇ ਕਿਰਪਾ ਮੇਰਾ ਰੋਗ ਕੱਟਿਆ। ਇਹੀ ਗੱਲਾਂ ਦੱਸ ਦਿਆਂਗੇ। ਪਰ ਜਿਹੜੀ ਉਹਨਾਂ ਦੀ ਅੰਦਰ ਦੀ ਹਾਂਜੀ ਰੂਹਾਨੀਅਤ ਆ, ਹਾਂਜੀ ਸੋ ਸੰਵੇਦ ਉਹਨੂੰ ਕਹਿੰਦੇ, ਉਹ ਆਪੇ ਹੀ ਜਾਣਨ ਵਾਲੇ ਆ, ਦੂਆ ਨਹੀਂ ਜਾਣ ਸਕਦਾ। ਜਾਂ ਕੋਈ ਉਹਨਾਂ ਦੇ ਤੁੱਲ ਜਿਹੜਾ ਗਿਆਨਵਾਨ ਉਹ ਜਾਣ ਸਕਦਾ। ਦਰਵੇਸ਼ਾਂ ਕੋ ਜਾਣ ਸੀ, ਬਿਰਲਾ ਕੋ ਦਰਵੇਸ਼। ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨਾਥਮਲਪੁਰ ਵਾਲੇ, ਅਤੇ ਮਹਾਂਪੁਰਖ ਉੱਥੇ ਗਏ। ਉਹ ਮਹਾਂਪੁਰਖ ਤਾਂ ਘਰੇ ਹੀ ਰਹਿੰਦੇ ਸੀ, ਖੇਤੀਪਤੀ ਕਰਦੇ ਸੀ, ਆਇਆਂ ਨੂੰ ਲੰਗਰ ਪਾਣੀ ਛਕਾਉਂਦੇ ਸੀ। ਬੇਅੰਤ ਸੰਗਤਾਂ ਉਹਨਾਂ ਕੋਲ ਆਉਂਦੀਆਂ ਸੀ, ਆਪੋ ਆਪਣੇ ਦੁੱਖਾਂ ਵਾਲੇ ਲੋਕ, ਜਿਸ ਤਰ੍ਹਾਂ ਦੀ ਭਾਵਨਾ, ਕੋਈ ਨਾਮ ਬਾਣੀ ਵਾਲਾ, ਅਤੇ ਹਰ ਵਾਲੇ ਮਹਾਂਪੁਰਖ ਉਹਨਾਂ ਕੋਲ ਗਏ। ਅਤੇ ਬਾਬਾ ਦਦਾਰ ਸਿੰਘ ਜੀ ਨਾਲ ਸੀ, ਹੋਰ ਸੇਵਾਦਾਰ ਵੀ ਬੈਠੇ ਰਹੇ, ਕੋਈ ਬਚਨ ਨਹੀਂ ਕੀਤਾ। ਅਤੇ ਉੱਥੋਂ ਆ ਗਏ, ਅਤੇ ਉਹ ਬਾਬਾ ਦਦਾਰ ਸਿੰਘ ਕਹਿਣ ਲੱਗੇ, ਮਹਾਰਾਜ ਤੁਸੀਂ ਇੱਥੇ ਇਹਨਾਂ ਕੋਲ ਕਿੱਥੇ ਆ ਗਏ? ਵੀ ਨਾ ਕੋਈ ਬਚਨ ਵਿਲਾਸ, ਨਾ ਕੋਈ ਗੱਲ, ਉਵੇਂ ਬੈਠੇ ਰਹੇ, ਉਹ ਵੀ ਬੈਠੇ ਰਹੇ। ਅਤੇ ਸੰਤ ਕਹਿਣ ਲੱਗੇ ਵੀ ਅਸੀਂ ਜੋ ਬਚਨ ਕਰਨਾ ਹੀ ਕਰ ਲਿਆ, ਤੈਨੂੰ ਕੀ ਪਤਾ ਅਸੀਂ ਕੀ ਕੀਤਾ? ਜਾਂ ਉਹ ਜਾਣਦੇ ਆ, ਅਸੀਂ ਜਾਣਦੇ ਹਾਂ। ਕਿਉਂ? ਮਹਾਂਪੁਰਖਾਂ ਦੀਆਂ ਗੱਲਾਂ ਮਹਾਂਪੁਰਖ ਜਾਣਦੇ ਆ, ਉਹ ਆਪਣੀ ਸੁਰਤੀ ਵਿਰਤੀ ਨਾਲ ਸਭ ਕੁਝ ਕਰ ਲੈਂਦੇ ਆ। ਇਸ ਤਰ੍ਹਾਂ ਬਾਬਾ ਬੀਰ ਰਮਦਾਸ ਜੀ ਬ੍ਰਹਮ ਗਿਆਨੀ ਮਹਾਂਪੁਰਖ ਬਦੋਸ਼ੀ ਵਾਲੇ, ਉੱਥੇ ਜਾਂਦੇ ਸੀ ਸੰਤ। ਅਤੇ ਜਦੋਂ ਗਏ, ਕਹਿਣ ਲੱਗੇ ਅਸੀਂ ਪਿਸ਼ਾਵਰ ਬਾਬੇ ਕਾਨੇ ਕੋ ਗਏ ਸੀ, ਹੁਣ ਬਲਦੀ ਧੂਣੇ ਦੀ ਲੱਕੜ ਮਾਰੀ ਸੀ ਚੱਕ ਕੇ, ਕਿਸੇ ਨੂੰ ਨੇੜੇ ਆਉਣ ਨਹੀਂ ਸੀ ਦਿੰਦਾ, ਅਤੇ ਅੱਖ ਦੇ ਭਰਵੱਟੇ 'ਤੇ ਵੱਜੀ, ਜ਼ਖਮ ਹੋ ਗਿਆ। ਅਤੇ ਸੰਤਾਂ ਨੇ ਜਾ ਕੇ ਜੱਫੀ ਪਾ ਲਈ। ਕਹਿਣ ਲੱਗੇ ਇੱਕ ਹੁੰਦੇ ਆ ਰੌੜਾਂ ਦੇ ਕਬੂਤਰ, ਇੱਕ ਹੁੰਦੇ ਆ ਠਠਿਆਰਾਂ ਦੇ। ਉਹ ਜਿਹੜੇ ਅਜਾੜ 'ਚ ਹੁੰਦੇ, ਮਾੜਾ ਜਿਹਾ ਖੜਕਾ ਹੋਵੇ ਭੱਜ ਜਾਂਦੇ ਨਾ, ਉਹ ਠਠਿਆਰਾਂ ਦੇ, ਜਿੱਥੇ ਠਠਿਆਰ ਭਾਂਡੇ ਕੱਢਦੇ ਆ, ਹਰ ਵੇਲੇ ਠੱਕ ਠੱਕ ਹੁੰਦੀ, ਉਹ ਵੀ ਫਿਰ ਉਵੇਂ ਗਿੱਝ ਜਾਂਦੇ ਆ ਵੀ ਇੱਥੇ ਤਾਂ ਰੋਜ਼ ਇਹ ਹੀ ਆ। ਕਹਿੰਦੇ ਵੀ ਜਿਹੜੇ ਕੱਚੇ ਪਿਲੇ ਆ ਨਾ, ਉਹ ਤਾਂ ਹਮ ਭੱਜ ਜਾਂਦੇ ਆ, ਪਰ ਜਿਨ੍ਹਾਂ ਦੀ ਵਾਸਤਾ ਪਰਪੱਕ ਹੋ ਗਈ ਹੈ, ਉਹ ਨਹੀਂ ਭੱਜਦੇ। ਬਸ ਉਹ ਜਿਸ ਤਰ੍ਹਾਂ ਉਹ ਅਲਵੇਲੀ ਕਰਿਆ ਸੀ, ਉਵੇਂ ਸੰਤਾਂ ਦਾ। ਅਤੇ ਉੱਧਰ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਨੂੰ ਕਿਸੇ ਨੇ ਕਿਹਾ ਵੀ ਉੱਥੇ ਜਿਹੜੇ ਮਸਤ ਆ ਪਿਸ਼ਾਵਰ, ਬਾਬਾ ਕਾਨਾ ਜੀ ਬੇਦੀ ਸਾਹਿਬਜ਼ਾਦੇ ਸੀ, ਅਤੇ ਸੰਤ ਹਰਖਵਾਲ ਵੀ ਉਸ ਤਰ੍ਹਾਂ ਹੀ ਮਸਤਾਨੀ ਕਿਰਿਆ 'ਚ ਉਹਨਾਂ ਕੋਲ। ਅਤੇ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਚੱਲ ਪਿਆ, ਉਹ ਵੀ ਜਾਣ। ਕਹਿੰਦੇ ਜਵਾਲਾ ਸਿੰਘ ਤੁਮ ਭਾਗ ਜਾਓ, तुम्हारे मुर्शिद हमारे से डाढ़े हैं। कि ਉੱਥੋਂ ਆਏ ਤੇ ਮਾਰੇ, ਕਹਿੰਦੇ ਬਈ ਹੈ ਤਾਂ ਠੀਕ ਹੈ ਇਹ ਅਵਸਥਾ, ਪਰ ਤੁਹਾਡੀ ਸੇਵਾ ਸੰਸਾਰ ਦੇ ਭਲੇ ਦੀ ਲੱਗੀ ਹੈ, ਵੀ ਤੁਸੀਂ ਮਰਜ਼ਾਦਾ ਦੇ ਵਿੱਚ ਰਹਿਣਾ। ਇਹ ਮਸਤ ਠੀਕ ਆਪਣੇ ਆਤਮਾ ਆਨੰਦ 'ਚ ਰਹਿੰਦੇ ਆ। ਜੇ ਤਾਂ ਕੋਈ ਸ਼ੰਕੇ ਤੇ ਰਹਿਤ ਜਗਿਆ ਸੂ ਤਾਂ ਲਾਭ ਲੈ ਲਓ। ਜਿਹੜਾ ਸ਼ੰਕਾਵਾਦੀ ਜਾਤੀ, ਉਹਦਾ ਸ਼ੰਕਾ ਦੂਰ ਨਾ ਕਰੀਏ, ਉਹ ਫਿਰ ਧਰਮ ਪਰਾਇਣ ਤੁਰ ਨਹੀਂ ਸਕਦਾ। ਵੀ ਜਿਹੜਾ ਇਹਨਾਂ ਕੋਲ ਰਹੂਗਾ, ਇਹਨਾਂ ਵਾਲੀ ਕਿਰਿਆ ਧਾਰ ਲਊਗਾ। ਅਤੇ ਆਪਾਂ ਜੋ ਸਾਨੂੰ ਗੁਰੂ ਮਹਾਰਾਜ ਨੇ ਮਰਜ਼ਾਦਾ ਦੱਸੀ ਹੈ, ਉਹਦੇ ਅਨੁਸਾਰ ਰਹਿਣਾ, ਅਤੇ ਉਹ ਉਪਦੇਸ਼ ਸਾਧ ਸੰਗਤ ਨੂੰ ਦੇਣਾ ਹੈ। ਸੋ ਇਸ ਵਾਸਤੇ ਇਸੇ ਤਰ੍ਹਾਂ ਵੇਲੇ ਬਾਬਾ ਬੀਰ ਰਮਦਾਸ ਜੀ ਕੋ ਹੈ, ਤੂੰ ਹੋਇਆ ਪੇ ਵੀ ਕਾਨੇ ਮੰਗੇ ਨਾ ਕਰਨ। ਅਤੇ ਬਾਬਾ ਬੀਰ ਰਮਦਾਸ ਜੀ ਬਹੁਤ ਦੂਰ ਬਾਹਰ ਆ ਗਿਆ। ਕਈ ਜਣ ਜਵਾਲਾ ਸਿੰਘ, ਮੈਂ ਤਾਂ ਉਹਨਾਂ ਨੂੰ ਭਜਾਉਣਾ ਜਿਹੜੇ ਆ ਕੇ ਭਜਨ ਬਿਗਨ ਪਾਉਂਦੇ, ਤੇਰੇ ਵਰਗੇ ਨੂੰ ਤਾਂ ਲੱਜਦਾ ਫਿਰਦਾ।
ਬਹੁਤ ਪਿਆਰ ਨਾਲ ਮਿਲੇ, ਮਿਲੇ ਉਲਾਏ 'ਚ ਭੀੜਾ। ਉਹ ਬਾਣ ਦੇ ਗੋਲੇ ਰੱਖਦੇ ਸੀ। ਸੰਤਾਂ ਨੇ ਉੱਥੇ ਰਹਿਣਾ, ਜੇ ਤਾਂ ਉਹ ਗੋਲਾ ਇਕੱਠਾ ਕਰਦੇ ਆ ਅਤੇ ਸੰਤਾਂ ਨੇ ਅਧੇੜੀ ਜਾਣਾ, ਉਹ ਅਧੇੜਦਾ ਨਹੀਂ, ਇਕੱਠੇ ਕਰੀ ਜਾਣਾ। ਉਸ ਤਰ੍ਹਾਂ ਹੀ ਆਨੰਦ ਸਰੂਪ ਵਿੱਚ ਵੇਖਣਾ, ਚੰਗਾ ਜਵਾਲਾ ਸਿੰਘ ਤੁਮ ਜਾਓ, ਭਜਨ ਕਰਿਆ ਕਰੋ। ਇੰਨੀ ਗੱਲ ਕਿ ਹੁਣ ਫਕੀਰਾਂ ਦੀਆਂ ਰਮਜਾਂ ਜਿਹੜੀਆਂ ਉਹ ਫਕੀਰ ਜਾਣਦੇ ਆ, ਦਰਵੇਸ਼ਾਂ ਕੋ ਜਾਣ ਸੀ ਬਿਰਲਾ ਕੋ ਦਰਵੇਸ਼। ਅਤੇ ਆਮ ਸੰਸਾਰੀ ਬੰਦੇ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ। ਅਤੇ ਉਹ ਮਹਾਂਪੁਰਖਾਂ ਦੀਆਂ ਜਿਹੜੀਆਂ ਲੀਲਾ ਬੜੀਆਂ ਅਲੌਕਿਕ ਹੁੰਦੀਆਂ, ਇਸ ਕਰਕੇ ਮਹਾਰਾਜ ਕਹਿੰਦੇ ਆ ਉਹ ਜਿਹੜੇ ਗੁਰਮੁਖ ਆ ਉਹਨਾਂ ਦੀ ਅਵਸਥਾ ਐਸੀ ਹੈ ਕਿ ਉਹ ਮਹਾਂਪੁਰਖ ਜਿਹੜੇ ਆ ਵਰਤਣ ਜਾ ਕੇ ਕੇਵਲ ਨਾਮ, ਕੇਵਲ ਸ਼ੁੱਧ ਉਹਨਾਂ ਦਾ ਵਰਤਣ ਵਾਲੇ ਵਾ ਪਰਮੇਸ਼ਰ ਦਾ ਨਾਮ ਹੈ। ਜਿੰਨੀਆਂ ਬਰਕਤਾਂ ਉਹ ਪਰਮੇਸ਼ਰ ਦੇ ਨਾਮ ਦੁਆਰਾ ਪ੍ਰਾਪਤ ਹੋਣੀਆਂ। ਅਤੇ ਉਹ ਮਾਤਾ ਜੀਵਣੀ ਸੀ, ਸੋਢੀਆਂ ਦੀ ਲੜਕੀ ਸੀ ਉਹ। ਅਤੇ ਜਿਹੜੇ ਉਹ ਨਿਤਨੇਮ 'ਚ ਬਹਿਣਾ, ਆਵਾਜ਼ਾਂ ਆਉਣੀਆਂ। ਫਿਰ ਬਾਬਾ ਬੀਰ ਰਮਦਾਸ ਜੀ ਨੇ ਸੁਨੇਹਾ ਭੇਜਿਆ ਅਤੇ ਸੇਵਾ 'ਚ ਹਾਜ਼ਰ ਹੋ ਗਏ। ਜਲ ਪਾਣੀ ਲੰਗਰ ਪਾਣੀ ਤਿਆਰ ਕਰਕੇ ਲਿਆਉਣਾ ਅਤੇ ਛਕਣਾ ਛੁਣ ਦਾ ਉਹਨਾਂ ਦਾ ਸੂਖਸ਼ਮ ਜਿਹਾ ਹੀ ਹੁੰਦਾ। ਇਹ ਝਿੜਕੇ ਮਾਰਨੇ, ਦੜਾ ਦੇਣਾ, ਫੇਰ ਬੁਲਾ ਲੈਣਾ, ਫੇਰ ਦੜਾ ਦੇਣਾ, ਇਹ ਅੱਕ ਜਾਏ। ਪਰ ਉਹਨਾਂ ਦੀ ਇੰਨੀ ਸ਼ਰਧਾ, ਪਰ ਉਹਨੇ ਉਵੇਂ ਖੜੇ ਰਹਿਣਾ। ਇਸ ਤਰ੍ਹਾਂ ਪਰਖ ਕਰ ਕਰਕੇ ਜਿਹੜੇ ਕਸਵੱਟੀ ਲਾਈ, ਫਿਰ ਬਾਬਾ ਜੀ ਦੇ ਸਰੀਰ ਤੋਂ ਬਾਅਦ 40 ਸਾਲ ਉਹਨਾਂ ਦੇ ਅਸਥਾਨ ਦੀ ਮਾਤਾ ਜੀ ਹੋਣੀ ਨੇ ਸੇਵਾ ਕੀਤੀ। ਅਤੇ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ 14 ਸਾਲ ਸੇਵਾ ਕਰਕੇ ਉੱਥੋਂ ਬਖਸ਼ਿਸ਼ਾਂ ਲਈਆਂ। 14 ਸਾਲ। ਇੱਕ ਦਿਨ ਮਨ 'ਚ ਆਇਆ ਵੀ ਨਾਂਗਾ ਸੰਤ ਸੂਮ ਬੜਾ, ਇੱਥੋਂ ਮਿਲਣਾ ਨਹੀਂ ਕੁਛ ਵੀ। ਅਤੇ ਘੜਾ ਪਾਣੀ ਲੈਣ ਭੇਜਿਆ, ਆਵਾਜ਼ ਆ ਰਹੀ ਹੈ, ਕਹਿੰਦੇ ਮੈਂ ਪਹਿਲਾਂ ਮਿੱਟੀ ਸੀ, ਮੈਨੂੰ ਕਹੀ ਨਾ ਵੱਢਿਆ, ਫਿਰ ਪਾਣੀ ਪਾ ਕੇ ਪੈਰਾਂ ਨਾਲ ਗੁੰਨਿਆ, ਫਿਰ ਪੇੜਾ ਬਣਿਆ, ਫਿਰ ਘੁਮਿਆਰ ਨੇ ਚੱਕ 'ਤੇ ਚੜ੍ਹਾਇਆ, ਫਿਰ ਉਹਦਾ ਕੱਚਾ ਘੜਾ ਬਣਾਇਆ, ਫਿਰ ਧੁੱਪੇ ਰੱਖ ਕੇ ਸੁਕਾਇਆ, ਪਾਣੀ ਤੋਂ ਬਚਾਵੇ ਖੁਰ ਨਾ ਜਾਏ। ਫਿਰ ਆਵੇ 'ਤੇ ਚੜ੍ਹ ਕੇ ਪੱਕਾ ਕੀਤਾ, ਫਿਰ ਪਾਣੀ ਪਾ ਕੇ ਪਰਖਿਆ। ਫਿਰ ਕਹਿੰਦੇ ਮੈਂ ਦੂਏ ਦੀ ਪਿਆਸ ਬੁਝਾਉਣ ਦੇ ਕਾਬਲ ਬਣਿਆ। ਅਤੇ ਇਹ ਕਹਿੰਦਾ ਨਾਗਾ ਬੜਾ ਸੂਮਿਆ, ਮੈਨੂੰ ਇੱਥੋਂ ਮਿਲਣਾ ਕੁਝ ਨਹੀਂ। ਅਤੇ ਮੈਂ ਦੂਏ ਦੀ ਪਿਆਸ ਬੁਝਾਉਣ ਲਈ ਕਿੰਨੀਆਂ ਹਾਲਤਾਂ 'ਚ ਨਿਕਲਿਆ। ਇਉਂ ਆਵਾਜ਼ ਆਈ, ਜਿਲੇ ਆਏ ਔਰ ਡੰਡਾ ਲੈ ਕੇ ਕੁੱਟਣ ਲੱਗ ਪਏ, ਚੱਲ ਭੱਜ, ਦੜਾਤਾ। ਹੋ ਗਿਆ ਪਰੇ ਜਾ ਕੇ, ਕਹਿੰਦੇ ਜਾਂਦਾ ਨਹੀਂ, ਕਹਿੰਦੇ ਮਹਾਰਾਜ ਥਾਂ ਹੀ ਕੋਈ ਨਹੀਂ, ਜਾਵਾਂ ਕਿੱਥੇ। ਇਹਨੂੰ ਕਹਿੰਦੇ ਜੀਵਤ ਭਾ ਹੰਕਾਰ ਤੋਂ ਮਰਨਾ, ਆਪਣੀ ਹੋਂਦ ਮਿਟਾ ਦੇਣਾ। ਹੁਣ ਜਿਹੜਾ ਬੀਜ ਪੌਦਾ ਬਣ ਕੇ ਫਲ ਦੇਣਾ, ਧਰਤੀ 'ਚ ਆਪਣੀ ਹੋਂਦ ਮਿਟਾਊਗਾ, ਫਿਰ ਇਹ ਪੌਦਾ ਬਣ ਕੇ ਫਲ ਦੇਊਗਾ ਉਹਨੂੰ। ਅਤੇ ਜੇ ਉਵੇਂ ਰਿਹਾ ਫਿਰ ਉਹ ਬੀਜ ਦਾ ਅਤੇ ਪੱਥਰ ਦਾ ਫਰਕ ਕੀ ਆ। ਇਸੇ ਤਰ੍ਹਾਂ ਜਦੋਂ ਆਪਣੀ ਹੋਂਦ ਮਿਟਾ ਦਈਏ, ਫਿਰ ਇਹ ਅੰਦਰ ਅੰਗੂਰ ਫੁੱਟਦਾ ਆ। ਹਾਂਜੀ, ਫਿਰ ਇਹ ਗਿਆਨ ਦਾ ਫਲ, ਮੁਕਤੀ ਇਹ ਪ੍ਰਾਪਤ ਹੁੰਦੀ ਹੈ। ਹਉਮੈ ਨੂੰ ਤਿਆਗ ਕੇ ਇਹ ਸਾਰਾ ਕੁਛ ਮਿਲਦਾ। ਇਸ ਵਾਸਤੇ ਕਹਿੰਦੇ ਉਹ ਜਿਹੜੇ ਮਹਾਂਪੁਰਖ ਆ ਨਾ, ਵਰਤਣ ਜਾ ਕੇ ਕੇਵਲ ਨਾਮ, ਕੇਵਲ ਇੱਕੋ ਇੱਕ ਸ਼ੁੱਧ ਨਾਮ, ਇਹ ਉਹਨਾਂ ਦਾ ਵਰਤਣ ਵਲੇਵਾ। ਜਿੰਨੀਆਂ ਉਹਨਾਂ ਕੋਲ ਬਰਕਤਾਂ, ਉਹ ਸਾਰੀਆਂ ਨਾਮ ਦੀਆਂ, ਸ਼ਬਦ ਦੀ ਕਮਾਈ ਦੀਆਂ ਹੁੰਦੀਆਂ ਹਨ। ਕੋਟ ਕੋਟ ਅਗ ਕਾਟਨ ਹਾਰਾ, ਉਹਨਾਂ 'ਚ ਬਰਕਤ ਇੰਨੀ ਆ ਜਾਂਦੀ ਹੈ, ਕਰੋੜਾਂ ਕਰੋੜਾਂ ਅਗ ਜਿਹੜੇ ਪਾਪਾਂ ਨੂੰ ਉਹ ਕਾਟਣ ਹਾਰਾ, ਕੱਟਣ ਵਾਲੇ ਆ। ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਅਤੇ ਫਿਰ ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਂ ਕਹਿ ਨੇੜ ਨਾ ਜਾਈ। ਬੜੇ ਬੜੇ ਪਾਪੀ ਜਿਹੜੇ ਉਹ ਬਖਸ਼ੇ ਜਾਂਦੇ,
ਕਰੋੜਾਂ ਕਰੋੜਾਂ ਜਨਮਾਂ ਦੇ ਜਿਹੜੇ ਅਗ ਪਾਪ ਆ ਉਹਨਾਂ ਨੂੰ ਕੱਟਣ ਵਾਲੇ ਐਸੀ ਉਹਨਾਂ 'ਚ ਸਮਰੱਥਾ ਹੁੰਦੀ ਹੈ। ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਜਿਵੇਂ ਉਹ ਕਰਾ ਪਿੰਡ ਸੀ ਅਤੇ ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਗਏ। ਇੱਕ ਵਿਅਕਤੀ ਅੱਖਾਂ ਤੋਂ ਅੰਧਾ ਵੀ ਸੀ ਅਤੇ ਲੰਗੜਾ ਵੀ ਸੀ। ਕਿਸੇ ਗੁਰਸਿੱਖ ਨੇ ਮਹਿਮਾ ਦੱਸੀ। ਜਦੋਂ ਮਹਾਰਾਜ ਗਏ ਉਹ ਮਹਾਰਾਜ ਦੇ ਜੋੜੇ 'ਤੇ ਹੱਥ ਫੇਰ ਕੇ ਉਹ ਜਿਹੜੀ ਰਾਖ ਸੀ ਅੱਖਾਂ 'ਚ ਪਾਈ ਅਤੇ ਨੇਤਰਾਂ ਦੀ ਜੋਤ ਖੁੱਲ੍ਹ ਗਈ। ਮਹਾਰਾਜ ਦੀ ਬਖਸ਼ਿਸ਼ ਨਾਲ ਉਹਦਾ ਉਹ ਜੁੜਿਆ ਸੀ, ਉਹ ਅੰਗ ਵੀ ਸਾਰੇ ਖੁੱਲ੍ਹ ਗਏ, ਕਿਉਂਕਿ ਉਹਨਾਂ 'ਚ ਇੰਨੀ ਸਮਰੱਥਾ ਹੁੰਦੀ ਹੈ। ਪੰਜਵੇਂ ਪਾਤਸ਼ਾਹ ਜਦੋਂ ਗਏ ਆ ਅਤੇ ਉਹ ਦੇਖ ਲਓ ਸੇਵਾਦਾਰ ਜਿਹੜਾ ਸੀ ਉਹਦੇ ਹਜ਼ੀਰਾਂ ਦਾ ਰੋਗ ਸੀ ਅਤੇ ਮਹਾਰਾਜ ਦੇ ਜੋੜਾ ਛੋਹਣ ਨਾਲ ਉਹ ਹਜ਼ੀਰਾਂ ਦਾ ਰੋਗ ਜਿਹੜਾ ਨਿਵਰਤ ਹੋ ਗਿਆ ਸੀ। ਮੰਦਰ ਪਿੰਡ ਅੱਜ ਵੀ ਉਹ ਜੋੜਾ ਕਈ ਸੰਗਤਾਂ ਉੱਥੇ ਜਾਂਦੀਆਂ ਦੁੱਖਾਂ ਵਾਲੀਆਂ। ਸੋ ਇਸ ਵਾਸਤੇ ਕੋਟ ਕੋਟ ਅੱਗ ਕਾਟਣ ਹਾਰਾ। ਅੱਠਵੇਂ ਪਾਤਸ਼ਾਹ ਦਿੱਲੀ ਨੂੰ ਗਿਆ, ਕੋੜਾ ਸੀ, ਰੋ ਰਿਹਾ ਸੀ, ਮਹਾਰਾਜ ਪਾਲਕੀ 'ਤੇ ਸਜੇ ਹੋਏ ਸੀ। ਜਿਹੜੇ ਦੁਖੀ ਦੀ ਦੁੱਖਮਈ ਆਵਾਜ਼ ਸੁਣੀ, ਆਪਣਾ ਮਖਾਰਵਿੰਦ ਪੂੰਝਣ ਵਾਲਾ ਰੁਮਾਲ ਉੱਧਰ ਫੈਂਕ ਦਿੱਤਾ। ਉਹ ਚੱਕ ਕੇ ਜਿਹੜੇ ਸਰੀਰ 'ਤੇ ਫੇਰਿਆ, ਸਾਰਾ ਕੋੜ ਦੂਰ ਹੋ ਗਿਆ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠਿਆਂ ਸਭ ਦੁੱਖ ਜਾਏ। ਕੋਟ ਕੋਟ ਕਰੋੜਾਂ ਕਰੋੜਾਂ ਅਗ ਪਾਪਾਂ ਨੂੰ ਕਾਟਣ ਹਾਰਾ ਕੱਟਣ ਵਾਲੇ ਹੁੰਦੇ ਆ। ਐਸੀ ਸਮਰੱਥਾ ਹੁੰਦੀ। ਉਹ ਕੋਈ ਬੀਬੀ ਸੀ, ਉਹਨੂੰ ਨਮੂਨੀਆ ਹੋ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹਦੇ ਸਹੁਰੇ ਪਰਿਵਾਰ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਸੰਗੀ ਸੀ। ਬੇਨਤੀ ਕੀਤੀ, ਬਾਬਾ ਜੀ ਕਹਿੰਦੇ ਇਹਨੂੰ ਇੰਨੀਆਂ ਪਾਣੀ ਦੀਆਂ ਗਾਗਰਾਂ ਨਾਲ ਇਸ਼ਨਾਨ ਕਰਾਓ ਅਤੇ ਦਹੀਂ ਅਤੇ ਅੰਬੂਲੀ ਖਿਲਾਓ। ਉਹਦੀ ਮਾਂ ਉੱਥੇ ਆਈ ਹੋਈ ਸੀ। ਉਹ ਕਹਿੰਦੇ ਵੀ ਮੇਰੀ ਧੀ ਨੇ ਨਹੀਂ ਮਰਨਾ ਤਾਂ ਵੀ ਮਾਰਨ ਲੱਗੇ। ਇੱਕ ਤਾਂ ਮੌਸਮ ਠੰਡ ਦਾ, ਇੱਕ ਆ ਸਾਰੀਆਂ ਚੀਜ਼ਾਂ ਠੰਡੀਆਂ, ਵੀ ਮੈਂ ਤਾਂ ਜਾਣੀ ਹਾਂ ਵੀ ਮੇਰੇ ਸਾਹਮਣੇ ਤਾਂ ਨਾ ਮਰੇ। ਪਰ ਉਹ ਸੰਗੀ ਵਿਸ਼ਵਾਸ ਵਾਲੇ ਸੀ, ਉਹਨੇ ਉਵੇਂ ਹੁਕਮ ਵਜਾਇਆ, ਤੂੰ ਜ਼ਿਲ੍ਹੇ ਇਸ਼ਨਾਨ ਕਰਾਓ। ਕਿ ਮੈਨੂੰ ਗਰਮੀ ਬੜੀ ਲੱਗਦੀ ਹੈ, ਮੈਨੂੰ ਦਹੀਂ ਦਿਓ, ਅੰਬੂਲੀ ਦਿਓ। ਅਤੇ ਉਹ ਮਹਾਂਪੁਰਖਾਂ ਦੇ ਹੁਕਮ ਨਾਲ ਰਾਜੀ ਹੋ ਗਈ। ਅਤੇ ਉਹ ਹੁਣ ਪੁੱਛਦੀ ਹੈ ਵੀ ਮੇਰੀ ਕੁੜੀ ਕਿਵੇਂ ਆ। ਉਹਨੇ ਕਿਹਾ ਵੀ ਮਰ ਗਈ ਹੋਣੀ ਆ। ਉਹ ਕਹਿੰਦੇ ਉਹ ਤਾਂ ਰਸੋਈ 'ਚ ਰੋਟੀਆਂ ਪਕਾਉਣ ਡਈ ਆ। ਹੈਂ, ਫਿਰ ਉਹਦੀ ਮਾਂ ਆਈ, ਫਿਰ ਉਹਦੇ ਅੰਦਰ ਵੀ ਸਿਦਕ ਆ ਗਿਆ। ਫਿਰ ਉਹ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਸੰਗਤ ਦੀ ਆਸ਼ੀਰਵਾਦ ਲਈ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਕੋਟ ਕੋਟ ਅੱਗ ਕਾਟਣ ਹਾਰਾ, ਕਰੋੜਾਂ ਕਰੋੜਾਂ ਅੱਗ ਜਿਹੜੇ ਪਾਪ ਆ ਉਹਨਾਂ ਨੂੰ ਕੱਟਣ ਵਾਲੇ ਹੁੰਦੇ ਹਨ। ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਜਿਹੜਾ ਸ਼ਰਨ ਵਿੱਚ ਆ ਕੇ ਬਚਨ ਦੀ ਕਮਾਈ ਕਰਦਾ, ਉਹਦੇ ਦੁੱਖ ਦੂਰ ਕਰ ਦਿੰਦੇ ਆ। ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਆ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਭੰਡਾਰੇ ਇੰਨਾ ਦੇ ਦਿੱਤਾ। ਮੇਰੇ ਰਾਮ ਕੋ ਭੰਡਾਰ। ਪਰਮਾਤਮਾ ਦੇ ਘਰ ਦੇ ਖਜ਼ਾਨਚੀ ਬਣ ਜਾਂਦੇ। ਦੀਵਾਨ ਲਗਾਇਆ ਸੀ ਅਤੇ ਬਾਬਾ ਮੇਹਰ ਸਿੰਘ ਜੀ ਨੇਜਰਾਂ ਦੀ ਪਡੋਰੀ ਵਾਲੇ, ਅਤੇ ਖਿੜਖੜਾ ਕੇ ਹੱਸ ਪਿਆ। ਸੰਗਤ ਕਹਿੰਦੀ ਮਹਾਰਾਜ ਇਹ ਸੰਗਤ ਦੇ ਵਿੱਚ ਕਹਿੰਦੇ ਅੱਜ ਮੇਰੇ ਗੁਰੂ ਭਾਈ ਸੰਤ ਜਵਾਲਾ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਭੰਡਾਰ ਦੀਆਂ ਚਾਬੀਆਂ ਮਿਲ ਗਈਆਂ, ਤਾਂ ਖੁਸ਼ ਹੋਇਆ। ਅਤੇ ਜਦੋਂ ਫਿਰ ਉਹਦੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਜਾਣ, ਫਿਰ ਪਰਮਾਤਮਾ ਦਾ ਤਾਂ ਖਜ਼ਾਨਾ ਮੁੱਕਣ ਵਾਲਾ ਹੀ ਨਹੀਂ। ਅਤੇ ਜਿਵੇਂ ਧੰਨ ਧੰਨ ਬਾਬਾ ਨਿਧਾਨ ਸਿੰਘ ਨੂੰ ਦਰਸ਼ਨ ਦੇ ਕੇ ਕਲਗੀ ਵਾਲੇ ਨੇ ਕਿਹਾ ਸੀ ਨਾ, ਹੱਥ ਤੇਰਾ ਅਤੇ ਖੀਸਾ ਮੇਰਾ, ਕੱਢੀ ਜਲ ਵਰਤਾਈ ਚੱਲ। ਇਸ ਤਰ੍ਹਾਂ ਬਾਬਾ ਜੀ ਦੇ ਕੋਲ ਕੋਈ ਚਲੇ ਗਿਆ ਪੰਡਤ। ਉਹ ਪੰਡਤ ਗਿਆ ਅਤੇ ਹੌਲੀ ਹੌਲੀ
ਹਜ਼ੂਰੀ ਸੇਵਾ ਮਿਲ ਗਈ। ਇੱਕ ਦਿਨ ਮਨ 'ਚ ਆਇਆ ਕਿ ਬਾਬਾ ਜੀ ਪੈਸੇ ਫੜਾਈ ਜਾਂਦੇ ਆ, ਉਹ ਜਾਣੀ ਜਾਣ। ਕਹਿੰਦੇ ਲੈ ਸਾਡਾ ਚੋਲਾ ਧੋ ਲਿਆ। ਆਮ ਹੁੰਦਾ ਨਾ ਵੀ ਕਿਸੇ 'ਚ ਕੋਈ ਪੈਸਾ ਪੂਆ ਤਾਂ ਨਹੀਂ, ਕੋਈ ਹੋਰ ਚੀਜ਼ ਕਾਗਜ਼ ਪੱਤਰ। ਉਹ ਦੇਖ ਰਿਹਾ ਬਾਬਾ ਹੀ ਦੇਖਦੇ ਆ, ਕਿਉਂਕਿ ਉਹਨਾਂ ਨੂੰ ਸੁੱਤੇ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਨਾ। ਦਿਨ ਰਾਤ ਦਸਮ ਪਾਤਸ਼ਾਹ ਦੇ ਪਹਿਰੇਦਾਰ ਬਣ ਕੇ ਪੂਰੀ ਸੇਵਾ ਨਿਭਾਉਂਦੇ ਸੀ। ਉਹ ਸਾਨੂੰ ਸ਼ੇਰ ਸਿੰਘ ਪੁਜਾਰੀ ਮਿਲੇ, ਉਹ ਕਹਿੰਦੇ ਵੀ ਮੈਂ ਇੰਨੇ ਸਾਲ ਉਹਨਾਂ ਨਾਲ ਰਿਹਾ ਵੀ ਮੈਂ ਦਿਨ ਰਾਤ ਸੁੱਤੇ ਨਹੀਂ ਦੇਖੇ। ਆਰਾਮ ਕੁਰਸੀ ਬੈਠੇ ਸੀ, ਜਾਂ ਟਹਿਲਦੇ ਜਾਂ ਸੇਵਾ, ਹਰ ਵੇਲੇ ਤਿਆਰ ਪਰ ਤਿਆਰ। ਇਹ ਰਾਤ ਨੂੰ ਵੀ ਕੋਈ ਯਾਤਰੂ ਆ ਜਾ, ਹਰ ਵੇਲੇ ਹਾਜ਼ਰ। ਪਹਿਲਾਂ ਦੇਖ ਲਓ, ਪਾਂਡੀ ਬਣ ਕੇ ਸਟੇਸ਼ਨ ਤੋਂ ਉਹਨਾਂ ਦੀਆਂ ਗੰਢਣ ਚੱਕ ਕੇ ਲਿਆਉਂਦੇ ਸੀ, ਫਿਰ ਰੇਹੜੀ ਬਣਾ ਲਈ। ਹੁਣ ਅੱਜ ਤਾਂ ਜ਼ਮਾਨਾ ਬਹੁਤ ਹੈ, ਇਉਂ ਸੇਵਾ ਕਰਦੇ ਸੀ। ਉਦੋਂ ਲੰਗੂਰ ਬਹੁਤ ਹੁੰਦੇ ਸੀ, ਜੰਗਲ ਸੀ, ਉਹਨੀ ਪੰਗਤ ਲਾਉਣੀ ਆ, ਉਹਨਾਂ ਨੂੰ ਵੀ ਬਣਾਉਣਾ। ਕਹਿੰਦੇ ਇਹ ਵੀ ਗੁਰੂ ਕੀ ਸੰਗਤ ਆ, ਉਹਨੀ ਵੀ ਪੰਗਤਾਂ ਜਾ ਕੇ ਬਹਿ ਜਾਣਾ ਲੰਗੂਰਾਂ ਬਾਂਦਰਾਂ ਨੇ। ਸੋ ਇਸ ਵਾਸਤੇ ਸੰਗਤ ਦਾ ਪ੍ਰਭਾਵ ਐਸਾ ਹੁੰਦਾ। ਅਤੇ ਉਹ ਮਹਾਰਾਜ ਫਿਰ ਉਹਨਾਂ ਨੂੰ ਆਪਣਾ ਭੰਡਾਰਾ ਦੇ ਦਿੰਦੇ ਆ ਵੀ ਲੈ ਵੀ ਐਵੇਂ ਹੁਣ ਕੀ ਥੋੜ੍ਹੇ ਥੋੜ੍ਹੇ ਮੰਗਦੇ ਰਹਿਣਾ, ਲੈ ਖੁੱਲ੍ਹਾ ਭੰਡਾਰਾ ਦੇ ਦਿੰਦੇ ਹਾਂ। ਆਵੇ ਖਰਚਾ ਰੋਲ, ਖਾਓ ਖਰਚੋ, ਉਹ ਤੋਟ ਨਹੀਂ ਨਾ ਆਉਂਦੀ। ਖਾਓ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਐਸੀ ਕਿਰਿਆ ਬਣ ਜਾਂਦੀ ਹੈ। ਇਸ ਵਾਸਤੇ ਕਹਿੰਦੇ ਕਿ ਉਹ ਜਿਹੜੇ ਮਹਾਂਪੁਰਖ ਆ ਨਾ, ਕਿ ਵਰਤਣ ਜਾ ਕੇ ਕੇਵਲ ਨਾਮ, ਕੇਵਲ ਸ਼ੁੱਧ ਇੱਕ ਨਾਮ, ਇਹ ਨਾਮ ਦੀ ਬਰਕਤ ਨਾਲ ਸਾਰੇ ਭੰਡਾਰੇ ਚੱਲਦੇ ਆ, ਬਰਕਤਾਂ ਹੁੰਦੀਆਂ ਹਨ। ਆਨੰਦ ਰੂਪ ਕੀਰਤਨ ਵਿਸਰਾਮ, ਹਮੇਸ਼ਾ ਆਨੰਦ ਸਰੂਪ ਦੇ ਵਿੱਚ ਰਹਿੰਦੇ ਆ। ਅਤੇ ਜਦੋਂ ਗੁਰੂ ਦਾ ਜਸ ਸੁਣਦੇ ਆ, ਵਿਸਰਾਮ 'ਚ ਚਲੇ ਜਾਂਦੇ ਆ, ਸਮਾਧੀ ਦੀ ਅਵਸਥਾ ਹੋ ਜਾਂਦੀ ਹੈ। ਔਫਰ ਅਵਸਥਾ 'ਚ ਬਿਰਤੀ ਜਿਹੜੀ ਹੈ, ਕਿਉਂਕਿ ਜਦੋਂ ਬੰਦਾ ਥੱਕ ਜਾਂਦਾ ਨਾ, ਫਿਰ ਵਿਸ਼ਰਾਮ ਆਰਾਮ ਚਾਹੁੰਦਾ। ਅਤੇ ਮਨ ਵੀ ਹੈ, ਫੁਰਨੇ ਦੜਾਈ ਫਿਰਦੇ। ਜਿਹੜੇ ਫੁਰਨੇ ਖਤਮ ਹੋ ਗਏ, ਫਿਰ ਇਹਨੂੰ ਵਿਸ਼ਰਾਮ ਦੀ ਅਵਸਥਾ ਮਿਲ ਜਾਂਦੀ ਹੈ, ਟਿਕਾ। ਹਰ ਵੇਲੇ ਸਮਾਧੀ ਅਵਸਥਾ, ਆਨੰਦ ਸਰੂਪ ਦੀ ਅਵਸਥਾ 'ਚ ਚਲੇ ਜਾਂਦੇ। ਅਤੇ ਜਿਵੇਂ ਬਾਬਾ ਸਾਹਿਬ ਸਿੰਘ ਬੇਦੀ, ਬਾਬਾ ਭਾਗ ਸਿੰਘ ਕੁਰੀ ਵਾਲੇ ਨੂੰ ਕਹਿੰਦੇ ਕਿੰਨਾ ਚਿਰ ਦੀ ਸਮਾਧੀ ਲਾਏਗਾ? 4 ਪਹਿਰ, 8 ਪਹਿਰ, ਮਹੀਨਾ, 2 ਮਹੀਨੇ, 6 ਮਹੀਨੇ, ਸਾਲ। ਕਹਿੰਦੇ ਜੀ ਹੁਕਮ। ਕਹਿੰਦੇ ਚੱਲ ਫਿਰ 6 ਮਹੀਨੇ 2 ਤੰਬੂ ਲੱਗ ਗਏ, ਇੱਕ 'ਚ ਬਾਬਾ ਸਾਹਿਬ ਬੇਦੀ ਸੱਜ ਗਿਆ, ਇੱਕ 'ਚ ਬਾਬਾ ਭਾਗ ਸਿੰਘ। ਬਾਹਰ ਨੰਗੀ ਤਲਵਾਰ ਦਾ ਪਹਿਰਾ, ਨਾ ਖਾਣਾ ਨਾ ਪੀਣਾ, ਨਾ ਕੋਈ ਹਾਜਤ ਕਰਿਆ। ਜਿਹੜੇ 6 ਮਹੀਨੇ ਬੀਤੇ, ਉਹਨੇ ਥੋੜ੍ਹਾ ਅੰਗੂਰਾ ਜਿਹਾ ਮਾਰਿਆ, ਅਤੇ ਬਾਬਾ ਸਾਹਿਬ ਬੇਦੀ ਕਹਿੰਦੇ ਡੋਲ ਗਿਆ। ਕਹਿੰਦੇ ਮਾਰਿਆ ਪਿਓ ਤਾਂ ਆਪ ਜੀ ਜਾਣਦੇ ਹੀ ਆ, ਪਰ ਵਿਵਹਾਰ ਤੌਰ 'ਤੇ ਤੁਸੀਂ ਮੇਰੇ ਗੁਰੂ ਹੋ, ਮੈਂ ਤੁਹਾਡਾ ਸੇਵਕ ਹਾਂ, ਅਤੇ ਸੇਵਕ ਨੂੰ ਗੁਰੂ ਦਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਸੇਵਕ ਨੂੰ ਸੇਵਕ ਬਣ ਕੇ ਰਹਿਣਾ ਚਾਹੀਦਾ। ਬੜੇ ਖੁਸ਼ ਹੋਏ, ਬੜੀ ਉੱਚੀ ਅਵਸਥਾ ਦਿੱਤੀ ਉਹਨਾਂ ਨੂੰ। ਸੋ ਇਸ ਵਾਸਤੇ ਜਿਹੜੇ ਸਮਰੱਥ ਪੁਰਸ਼ ਹੈ, ਆਮ ਲੋਕਾਂ ਨੂੰ ਸੁਣ ਕੇ ਹੁੰਦਾ ਲੈ ਵੀ ਕਿਵੇਂ ਹੋ ਗਿਆ, ਪਰ ਜਿਹੜੇ ਸਮਰੱਥ ਲੋਕ ਆ, ਉਹਨਾਂ ਦੀਆਂ ਗੱਲਾਂ ਬੜੀਆਂ ਅਲੌਕਿਕ ਹੁੰਦੀਆਂ ਹਨ। ਆਨੰਦ ਰੂਪ ਕੀਰਤਨ ਵਿਸ਼ਰਾਮ, ਆਨੰਦ ਰੂਪ ਜਿਹੜਾ ਹਰੀ ਦਾ ਜਸ, ਉਹਦੇ 'ਚ ਉਹਨਾਂ ਦੀ ਵਿਸਰਾਮ ਲੈਂਦੇ ਆ। ਜਿਹੜੇ ਕੀਰਤਨ ਨਾਲ ਸੁਰਤੀ ਬਿਰਤੀ ਹਰੀ ਜਸ ਨਾਲ ਜੁੜ ਜਾਂਦੀ ਨਾ, ਫਿਰ ਆਰਾਮ, ਸੁੱਖ, ਚੈਨ ਪ੍ਰਾਪਤ ਹੋ ਜਾਂਦਾ, ਸਮਾਧੀ ਲੱਗ ਜਾਂਦੀ। ਅਤੇ ਜਿਹੜਾ ਮਨ ਚੰਚਲਿਆ, ਉਹਦੀ ਬਿਰਤੀ ਟਿਕਦੀ ਨਹੀਂ। ਪਹਿਲੇ ਤੋਂ ਬੈਠੂਗਾ ਹੀ ਨਹੀਂ, ਬਹਿ ਜਾ ਤੇ ਮਨ ਨਹੀਂ ਟਿਕਣਾ। ਪਰ ਜਿਹੜਾ ਗੁਰੂ ਪਿਆਰਾ, ਉਹ ਵਿਸ਼ਰਾਮ 'ਚ ਚਲੇ ਜਾਂਦਾ। ਪੂਰਨ ਆਰਾਮ, ਸੁੱਖ, ਸ਼ਾਂਤੀ, ਸਮਾਧੀ, ਨਿਰਵਿਕਲਪ, ਜਿੱਥੇ ਕੋਈ ਫੁਰਨਾ ਨਹੀਂ, ਉੱਥੇ ਚਲੇ ਜਾਂਦੇ ਆ। ਅਤੇ ਹੁਣ ਦੇਖੋ, ਮਾਤਾ ਦੇ ਪੇਟ 'ਚ ਬੱਚਾ ਆ, 9 ਮਹੀਨੇ ਜਾਂ ਦਿਨ ਕੋਈ ਵੱਧ ਘੱਟ ਰਹਿੰਦਾ, ਅਤੇ ਜੇ ਉੱਥੇ ਉਹ ਰੱਖ ਸਕਦਾ, ਤਾਂ ਇਵੇਂ ਵੀ ਸਮਾਧੀ ਲਵਾ ਸਕਦਾ ਉਹ।
ਇਹ ਤਾਂ ਉਹਦੀ ਆਪਣੀ ਮੌਜ ਆ। ਹੁਣ ਵੀ ਕਈ ਪਹਾੜਾਂ ਜੰਗਲਾਂ 'ਚ ਐਸੇ ਸਾਧੂ ਤੇ ਜਿਹਨੇ ਅੱਖਾਂ ਦੇ ਭਰਵੱਟੇ ਬੜੇ ਧਰਤੀ ਨਾਲ ਲੱਗਦੇ, ਔਰ ਆਨੰਦ ਸਰੂਪ 'ਚ ਹੀ ਕਿਤੇ ਕਿਤੇ ਦਰਸ਼ਨ ਕਈ ਵਾਰੀ ਸਾਧੂ ਜਾਂਦੇ ਉਹਨਾਂ ਨੂੰ ਉਹਨਾਂ ਦੇ ਹੁੰਦੇ ਆ। ਮਿੱਤਰ ਸੱਤਰ ਜਾ ਕੇ ਏਕ ਸਮਨ ਹੈ। ਅਵਸਥਾ ਇੰਨੀ ਉੱਚੀ ਬਣ ਜਾਂਦੀ ਹੈ, ਮਿੱਤਰ ਹੈ ਚਾਹੇ ਸ਼ਤਰੂ, ਦੋਹਾਂ 'ਚ ਉਹਨਾਂ ਦੀ ਬਿਰਤੀ ਇੱਕ ਸਮਾਨ ਆ, ਇੱਕ ਸਮਾਨ। ਬਾਬਾ ਅਤਰ ਸਿੰਘ ਨੇ ਸੰਤ ਤੇਜਾ ਨੂੰ ਕਹਿੰਦੇ ਵੀ ਤੂੰ MA ਕਰ ਲਈ ਹੈ, ਹੋਰ ਡਿਗਰੀਆਂ ਲੈ ਲਈਆਂ, ਇੱਕ ਇਮਤਿਹਾਨ ਹੋ ਰਿਹਾ। ਕਹਿੰਦੇ ਇੱਕ ਬੰਦਾ ਤਾਂ ਹਥਿਆਰ ਲੈ ਕੇ ਵੱਢਣ ਨੂੰ ਖੜਾ ਹੋਵੇ ਅਤੇ ਇੱਕ ਸੋਨੇ ਦੇ ਥਾਲ 'ਚ ਛੱਤੀਵਾਂ ਭੋਜਨ ਲੈ ਕੇ ਖੜਾ ਹੋਵੇ। ਕਹਿੰਦੇ ਦੋਹਾਂ 'ਚ ਇੱਕ ਬਿਰਤੀ ਬਣ ਜਾਏ, ਇਹ ਇਮਤਿਹਾਨ ਕਹਿੰਦੇ ਤੇਜਾ ਸਿੰਘ ਜੀ ਪਾਸ ਇਹ ਵੀ ਕਰਨਾ ਪੈਂਦਾ ਕਿ ਬੈਰੀ ਮਿੱਤਰ ਲਈ ਇੱਕ ਸਮਾਨ ਦ੍ਰਿਸ਼ਟੀ। ਫਿਰ ਕਹਿੰਦੇ ਜਾ ਕੇ ਫਕੀਰੀ ਦਾ ਦਰਵਾਜ਼ਾ ਖੁੱਲ੍ਹਦਾ। ਮਿੱਤਰ ਸੱਤਰ ਜਾ ਕੇ ਇੱਕ ਸਮਨ ਹੈ। ਮਿੱਤਰ ਵੀ ਅਤੇ ਸ਼ਤਰੂ ਉਹ ਦੋਨੋਂ ਇੱਕ ਸਮਾਨ ਆ। ਅਤੇ ਆਮ ਬੈਰੀ ਨੂੰ ਦੇਖ ਕੇ ਤਾਂ ਬੰਦਾ ਕਰੂਝਦਾ ਨਾ, ਸੜਦਾ ਭੁੱਜਦਾ ਕਿ ਮੈਂ ਇਹਨੂੰ ਇਉਂ ਕਰਾਂ ਇਉਂ ਕਰਾਂ। ਉਹਦੀ ਗੱਲ ਕਰੇ ਉਹ ਵੀ ਸੁਣਨ ਨੂੰ ਤਿਆਰ ਨਹੀਂ। ਅਤੇ ਜੇ ਕੋਈ ਪ੍ਰੇਮ ਕਰਦਾ ਉਹਨਾਂ ਬੜਾ ਜੱਫੀਆਂ ਪਾਏਗਾ। ਪਰ ਕਹਿੰਦੇ ਉਹ ਜਿਹੜੇ ਗੁਰਮੁਖ ਆ ਉਹਨਾਂ ਦੀ ਦ੍ਰਿਸ਼ਟੀ 'ਚ ਇਹ ਭਾਵ ਜਿਹੜਾ ਉਹ ਖਤਮ ਹੋ ਜਾਂਦਾ। ਕਹਿੰਦੇ ਹੋਰ ਮਹਾਰਾਜ ਬਰਕਤਾਂ, ਕਹਿੰਦੇ ਸੂਰ ਵੀਰ ਬਚਨ ਕੇ ਬਲੀ। ਇੱਕ ਤਾਂ ਪਹਿਲਵਾਨ ਆ ਨਾ ਜਿਹੜੇ ਇੱਕ ਦੂਜੇ ਨੂੰ ਸਰੀਰਕ ਬਲ ਕਰਕੇ ਹੈਗੇ, ਕੋਈ ਰਥੀ ਹੈ, ਕੋਈ ਮਹਾਰਥੀ ਹੈ, ਕੋਈ ਅਤਰਥੀ ਹੈ, ਕੋਈ 100 ਨਾ, ਕੋਈ 1000 ਨਾ, ਕੋਈ 10,000 ਲੱਖ ਨਾ ਯੁੱਧ ਕਰਨ ਵਾਲਾ। ਕਹਿੰਦੇ ਉਹ ਜਿਹੜੇ ਮਹਾਂਪੁਰਖ ਆ ਉਹ ਬਚਨ ਦੇ ਬਲੀ ਆ। ਜਿਹੜਾ ਬਚਨ ਕੱਢ ਦਿੰਦੇ ਨਾ ਉਹ ਪੂਰਾ ਹੋ ਜਾਂਦਾ, ਉਹ ਨਿਸਫਲ ਨਹੀਂ ਜਾਂਦਾ। ਅਤੇ ਬੀਬੀ ਤੇਜ ਕੌਰ ਸੀ ਆਪਣੇ ਧਨੌਲੀ ਪਿੰਡ ਦੀ। ਬਾਬਾ ਈਸ਼ਰ ਸਿੰਘ ਮਹਾਰਾਜ ਜਿਹੜੇ ਬਤਾਲੇ ਵਾਲੇ, ਬੇਨਤੀ ਕੀਤੀ ਮਹਾਰਾਜ ਬੱਚਿਆਂ ਦੀ, ਕਹਿੰਦੇ ਜਾਓ। ਫਿਰ ਬੂਟਾ ਸ਼ਾਹ ਸੀ ਟਾਂਡੇ, ਉੱਥੇ ਮਹਾਰਾਜ ਕਹਿੰਦੇ ਜਾਓ। ਫਿਰ ਮਹਾਰਾਜ ਕੋ ਆ ਗਿਆ ਹਰ ਕੋਲੇ। ਉਹ ਕਹਿੰਦੇ ਵੀ ਦੋਨੋਂ ਮਹਾਂਪੁਰਖ ਪੂਰੇ ਆ, ਦੋਵਾਂ ਦਾ ਵਚਨ ਪੂਰਾ ਹੋਣਾ। ਫਿਰ ਉਹ ਭੈਣ ਭਰਾ ਜੰਮੇ। ਜਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਕ ਲਿਆ ਅਤੇ ਮਹਾਰਾਜ ਜਾਣੀ ਜਾਣ। ਅਤੇ ਬਾਬਾ ਈਸ਼ਰ ਨੇ ਬਚਨ ਕੱਢਿਆ, ਉਹ ਈੜੀ ਅੱਖਰ 'ਤੇ ਸ਼ਬਦ ਆਇਆ, ਉਹਦਾ ਨਾਂ ਰੱਖਿਆ ਈਸ਼ਰ ਕੌਰ। ਅਤੇ ਦੂਆ ਜ਼ਿਲ੍ਹੇ ਕੱਢਿਆ ਉਹ ਬੱਬੇ 'ਤੇ ਨਿਕਲਿਆ, ਉਹਦਾ ਨਾਂ ਰੱਖਿਆ ਬੂਟਾ ਸਿੰਘ। ਇਹ ਤਾਂ ਅਮਰੀਕਾ ਚਲ ਗਿਆ ਸੀ, ਹੁਣ ਤਾਂ ਗੁਜ਼ਰ ਗਿਆ। ਕਹਿਣ ਤੋਂ ਭਾਵ ਉਹ ਜਿਹੜੇ ਮਹਾਂਪੁਰਖ ਹੈ ਜੋ ਵੀ ਮੂੰਹੋਂ ਬਚਨ ਕਰ ਦਿੰਦੇ ਨਾ ਉਹ ਪੂਰਾ ਹੋ ਜਾਂਦਾ। ਉਹਨਾਂ ਦਾ ਬਚਨ ਜਿਹੜਾ ਨਿਸਫਲ ਨਹੀਂ ਜਾਂਦਾ। ਸੂਰਵੀਰ ਐਸੇ ਸੂਰਵੇ ਹੈ, ਬਲੀ ਹੈ, ਬਹਾਦਰ ਹੈ, ਬਚਨ ਕੇ ਬਲੀ। ਜਿਹੜਾ ਬਚਨ ਦੇ ਬਲੀ ਹੈ, ਉਹਨਾਂ ਦੇ ਬਚਨ 'ਚ ਬਾਲਿਆ, ਜੋ ਵੀ ਬਚਨ ਕਰ ਦਿੰਦੇ ਆ ਉਹ ਪੂਰਾ ਹੋ ਜਾਂਦਾ। ਹੁਣ ਅੱਡ ਮੇਲੀ ਪਿੰਡ ਆ ਅਤੇ ਅੱਜ ਕੱਲ੍ਹ ਤਾਂ ਕਹਿੰਦੇ ਨਾ ਵੀ ਸੰਤ ਜੀ ਹੈ ਨਹੀਂ, ਸੰਤ ਮਾਸੂਮ ਨੇ ਪਹਿਲਾਂ ਕੋਈ ਸੰਤ ਅਖਰੇ ਹਨ। ਉੱਥੇ 6ਵੇਂ ਪਾਤਸ਼ਾਹ ਆਏ ਜਦੋਂ ਮਹਾਰਾਜ ਕਰਤਾਰਪੁਰੋਂ ਜਾਂ ਕਰਕੇ ਪਲਾਹੀ ਸਾਹਿਬ ਗਏ, ਅਤੇ ਇਸ ਪਿੰਡ 'ਚ ਇੱਕ ਸੰਤ ਆਇਆ ਅਤੇ ਬੇਲਣਾ ਚੱਲਦਾ ਸੀ, ਗੰਨੇ ਪੀੜਦੇ ਸੀ। ਉਹ ਰੁੱਤ ਦੇਖ ਕੇ ਮਨ 'ਚ ਆ ਹੀ ਜਾਂਦੀ ਹੈ। ਉਹ ਸੰਤ ਕਹਿਣ ਲੱਗੇ, ਭਗਤਾ ਰਸ ਪੀਣ ਨੂੰ ਚਿੱਤ ਕਰਦਾ। ਉਹ ਕਈ ਬੰਦੇ ਅਵੈੜੇ ਜਿਹੇ ਹੁੰਦੇ ਨਾ, ਉਹ ਕਹਿੰਦੇ ਸਾਦਾ ਤੂੰ ਪਾਣੀ ਲਾਉਂਦਾ ਰਿਹਾ ਕਮਾਦ ਨੂੰ, ਤੇਰੇ ਸਵੇਰੇ ਅੱਗ ਲੱਗੀ ਹੈ। ਉਹ ਕਹਿੰਦੇ ਵੀ ਮੇਰੇ ਇੱਕ ਅੱਗ ਕਾਹਨੂੰ ਲੱਗੇ, ਤੁਹਾਡੇ ਲੱਗ ਜਾ। ਉਹ ਜਿਹੜੇ ਬਚਨ ਕਰਨਾ ਅਤੇ ਉਹ ਸਾਰਾ ਸੜ ਕੇ ਸੁਆਹ ਹੋ ਜਾਣਾ। ਬੜੇ ਯਤਨ ਕੀਤੇ, ਆਪਾ ਕੀਤੇ, ਬੰਨਣ ਬਣਾਏ, ਕਿਤੇ ਬਹੁਤ ਔਖੇ ਹੋ ਗਏ। ਮਹਾਰਾਜ 6ਵੇਂ ਪਾਤਸ਼ਾਹ ਸੁਣਿਆ। ਫਿਰ ਸਾਰੇ ਉਹ ਪੰਚਾਇਤ ਇਕੱਠੀ ਹੋ ਕੇ ਉੱਥੇ ਗਈ। ਫਿਰ ਮਹਾਰਾਜ ਇਹ ਬੜੇ ਤੰਗ ਆ, ਕਿਰਪਾ ਕਰੋ। ਇੱਕ ਕੱਲਰੀ ਧਰਤੀ ਆ, ਸੱਪ ਲੜ ਕੇ ਮਰ ਜਾਂਦੇ ਆ। ਮਹਾਰਾਜ ਕਹਿੰਦੇ ਵੀ ਤੁਸੀਂ ਸਖੀ ਸੁਲਤਾਨ ਦੀ ਪੂਜਾ ਛੱਡ ਕੇ
ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰੋ, ਫੇਰ ਚਲਾਂਗੇ। ਉਹਨੇ ਫਿਰ ਮੰਨ ਲਿਆ। ਮਹਾਰਾਜ ਫਿਰ ਆ ਗਏ। ਟਾਹਲੀ ਲੱਕੜ ਦਾ ਥੰਮ ਕਢਾ ਕੇ ਮਹਾਰਾਜ ਨੇ ਆਪਣੇ ਹਸਤ ਕਮਲਾਂ ਨਾਲ ਗੱਡਿਆ। ਉਹ ਹਾਲੇ ਵੀ ਹੈਗਾ ਅਤੇ ਗੁਰਦੁਆਰਾ ਵੀ ਬਣਿਆ। ਉਹਦਾ ਨਾਂ ਹੈ ਗੁਰਦੁਆਰਾ ਥੰਮ ਸਾਹਿਬ। ਸੰਗਤਾਂ ਸੁੱਖਣ ਸੁੱਖਦੀਆਂ ਅਤੇ ਬਾਹਰੋਂ ਮਿਲਦੇ ਆ, ਅੱਜ ਵੀ ਹੈ। ਅਤੇ ਮਹਾਰਾਜ ਕਹਿੰਦੇ ਵੀ ਸੰਤ ਦਾ ਬਚਨ ਤਾਂ ਨਹੀਂ ਹੈ ਟਲਣਾ। ਅੱਗ ਲੱਗੂਗੀ, ਨੁਕਸਾਨ ਨਹੀਂ ਹੋਊਗਾ। ਅੱਗ ਹੁਣ ਵੀ ਲੱਗਦੀ ਹੈ, ਫਿਰ ਬੁੱਝ ਜਾਂਦੀ ਹੈ। ਅਤੇ ਹੁਣ ਦੇਖੋ ਮਹਾਰਾਜ ਛੇਵੇਂ ਪਾਤਸ਼ਾਹ ਵੇਲੇ ਦੇ ਵਚਨ, ਹੁਣ ਇਹਨਾਂ ਨੂੰ ਆਪਾਂ ਕਿਵੇਂ ਰੱਦ ਕਰ ਦਿਆਂਗੇ। ਇਸ ਵਾਸਤੇ ਫਿਰ ਕਹਿੰਦੇ ਮਹਾਰਾਜ ਸੱਪ, ਕਹਿੰਦੇ ਜਿਹਦੇ ਸੱਪ ਲੜ ਜਾਏ ਨਾ, ਤੁਹਾਡੀ ਜੂਹ 'ਚ ਵੀ ਆ ਜਾਏ, ਉਹ ਵੀ ਨਹੀਂ ਮਰੂਗਾ। ਮਹਾਰਾਜ ਬਚਨ ਜਿਹੜੇ ਅੱਜ ਵੀ, ਸੂਰਬੀਰ ਬਚਨ ਕੇ ਬਲੀ। ਸੂਰਬੀਰ ਹੁੰਦੇ ਆ, ਬਚਨ ਦੇ ਬਲੀ ਹੁੰਦੇ ਆ। ਜੋ ਬਚਨ ਕਰ ਦਿੰਦੇ ਪੂਰਾ ਹੋ ਜਾਂਦਾ। ਜਦੋਂ ਮਹਾਰਾਜ ਹਰਗੋਬਿੰਦਪੁਰ ਆਏ ਅਤੇ ਉੱਥੇ ਉਹ ਪੀਰ ਸੀ, ਅਤੇ ਜੋ ਸੁਣਿਆ ਵੀ ਮੀਆਂ ਮੀਰ 'ਤੇ ਕਿਰਪਾ ਹੋਈ, ਉਹਨੇ ਕਹੀ ਜਾਣਾ ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਦਿਖਾ ਦਿਓ। ਇਹੀ ਪੜ੍ਹੀ ਜਾਣਾ। ਮਹਾਰਾਜ ਨੇ ਮੋਹਰੇ ਪੜਦਾ ਕਰਤਾ, ਇਹ ਤਾਂ ਬਹੁਤ ਬਰਾਗ 'ਚ ਇਹੀ ਪੜ੍ਹੀ ਜਾਣਾ। ਕਹਿੰਦੇ ਛੇਤੀ ਜਾਓ ਨਾ, ਖੁਦਾ ਨੂੰ ਮਿਲਣਾ, ਰੱਬ ਨੂੰ। ਜਾਂ ਮਾਰ ਦਰਿਆ ਛਾਲ ਬਿਆਸ, ਉਹ ਦੌੜ ਪਿਆ। ਮਹਾਰਾਜ ਕਹਿੰਦੇ ਇਹ ਤਾਂ ਸਿਰੜੀ ਆ, ਇਹ ਨਹੀਂ ਹਟਣਾ, ਲਿਆਓ ਇਹਨੂੰ ਫੜ ਕੇ। ਲੈ ਆਂਦਾ। ਫਿਰ ਮਹਾਰਾਜ ਨੇ ਕਿਰਪਾ ਕਰਤੀ। ਇਹ ਪੜ੍ਹੀ ਜਾਣਾ, ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਦਿਖਾ ਦਿਓ। ਫਿਰ ਪੀਰ ਸ਼ੇਖ ਸੀਗਾ, ਸਾਈਂ ਮੀਆਂ ਮੀਰ ਦਾ ਗੁਰਭਾਈ ਸੀ ਇਹ। ਉਹ ਫਿਰ ਹਰਗੋਬਿੰਦਪੁਰ ਤੋਂ ਕਰਤਾਰਪੁਰ ਘੋੜੇ ਦੀ ਲਗਾਮ ਫੜ ਕੇ ਜਲੰਧਰ ਲਿਆਇਆ। ਉੱਥੇ ਬਸਤੀ ਸ਼ੇਖ ਗੁਰਦੁਆਰਾ ਮਹਾਰਾਜ ਦਾ ਹੈ ਨਾ, ਉਹ ਬਸਤੀ ਉਹ ਸ਼ੇਖ ਪੀਰ ਦੇ ਨਾਂ 'ਤੇ ਬਸਦੀ ਹੈ। ਉਹ ਸ਼ੇਖ ਪੀਰ ਸੀ। ਉਹ ਆਪ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਕੇ ਜਲੰਧਰ ਲਿਆਇਆ ਸੀ ਅਤੇ ਚਰਨ ਪਾਓ। ਮਹਾਰਾਜ ਦਾ ਉੱਥੇ ਸਥਾਨ ਹੈ ਛੇਵੇਂ ਪਾਤਸ਼ਾਹ ਦਾ, ਸੰਗਤਾਂ ਲਾਭ ਲੈਂਦੀਆਂ। ਅਤੇ ਉਹਦੇ ਨਾਂ 'ਤੇ ਪੀਰ ਦੇ ਬਸਤੀ ਸ਼ੇਖ ਮਹੱਲਾ। ਇਸ ਤਰ੍ਹਾਂ ਜਿਹਨੂੰ ਜੋ ਬਚਨ ਕਰਦੇ ਆ, ਕਿਰਪਾ ਕਰ ਦਿੰਦੇ ਆ। ਸੂਰਬੀਰ ਬਚਨ ਕੇ ਬਲੀ। ਸੂਰਬੀਰ ਹੈ, ਬਚਨ ਦੇ ਬਲੀ ਹੈ। ਕੌਲਾਂ ਬਪਰੀ ਸੰਤੀ ਛਲੀ। ਜਿਹੜੀ ਕੌਲਾਂ ਕਬਲਾ ਦੇਵੀ ਲਛਮੀ ਹੈ ਨਾ, ਬਪਰੀ ਵਿਚਾਰੀ, ਉਹ ਮਾਇਆ ਨੇ ਸਾਰੀ ਦੁਨੀਆ ਨੂੰ ਛਲਿਆ ਆ। ਮਾਇਆ ਦੋ ਤਰ੍ਹਾਂ ਦੀ, ਇੱਕ ਜਾੜਿਆ, ਇੱਕ ਚੇਤਨ। ਆ ਸੋਨਾ ਚਾਂਦੀ ਮਾਇਆ ਪਦਾਰਥ ਜਾੜਿਆ, ਅਤੇ ਦੇਵੀਆਂ ਇਹ ਚੇਤਨ ਮਾਇਆ। ਇਸ ਵਾਸਤੇ ਕਹਿੰਦੇ ਜਿਹੜੀ ਕੌਲਾਂ ਬਪਰੀ ਹੈ, ਇਹਨੂੰ ਸੰਤਾਂ ਨੇ ਛਲ ਲਿਆ ਅਤੇ ਬਾਕੀਆਂ ਨੂੰ ਇਨ ਛਲਿਆ ਹੋਇਆ। ਇਹ ਸਰਪਨੀ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਮਾਈ ਮਾਇਆ ਛਲ ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਅੜਕਾ ਜਲ। ਜਿਹੜੇ ਭਗਤ ਆ ਕਬੀਰ ਵਰਗੇ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕੀ ਪਿਆਰੀ। ਇਸ ਕਰਕੇ ਕਹਿੰਦੇ ਜਿਹੜੀ ਕੌਲਾਂ ਬਪਰੀ, ਇਹ ਵਿਚਾਰੀ ਕੌਲਾਂ ਆ, ਸੰਤੀ ਛਲੀ, ਇਹ ਲੋਕਾਂ ਨੂੰ ਛਲਦੀ ਹੈ। ਸੰਤ ਜਿਹੜੇ ਅਛਲ ਪਰਮਾਤਮਾ ਦੀ ਸ਼ਰਨ ਆ ਗਏ, ਉਹਨੀ ਇਹਨੂੰ ਛੱਡ ਲਿਆ। ਅਤੇ ਇੱਕ ਵਾਰੀ ਕਹਿੰਦੇ ਸੀ ਨਾ, ਮਾਇਆ ਕਹਿੰਦੀ ਮੇਰੇ ਭਗਤ ਵੱਡੇ ਕਿ ਤੇਰੇ ਵੱਡੇ। ਕਹਿੰਦੇ ਵੀ ਵੱਡਾ ਤਾਂ ਉਹੀ ਜਿਹੜਾ ਸਿਮਰਨ ਕਰਦਾ। ਅਖੀਰ ਉਹ ਅਤੇ ਆਪਣੇ ਆ ਗਈ ਵੀ ਮੈਨੂੰ ਕਮਰਾ ਦਿਓ ਜਿਹੜਾ ਉਹ ਆਸ਼ਰਮ ਦਾ ਸੀ, ਵੀ ਮੈਂ ਜਿੰਨਾ ਚਿਰ ਰਹਿਣਾ ਮੇਰੇ ਤੋਂ ਲਿਆ ਨਾ ਜਾਏ। ਕੋਈ ਮਹਾਤਮਾ ਆਏ, ਵਿਸ਼ਨੂੰ ਵੀ ਬਣਿਆ ਸੀ ਵੀ 40 ਦਿਨ ਚਲੀਸਾ ਕਰਨਾ। ਕਹਿੰਦੇ ਲਓ ਮਹਾਰਾਜ ਤੁਹਾਡੇ ਹੀ ਆ ਸਾਰੇ। ਫਿਰ ਮਾਇਆ ਆ ਗਈ ਰੂਪ ਧਾਰ ਕੇ, ਅਤੇ ਜਿਹੜੇ ਉਹ ਭੋਜਨ ਛਕੇ, ਸੋਨੇ ਭਾਂਡੇ ਸਿੱਟ ਦੇਵੇ। ਕਹਿੰਦੇ ਮੁੜ ਕੇ ਨਹੀਂ ਮੈਂ ਵਰਤਦੀ ਦੁਬਾਰਾ, ਪਰ ਮੈਂ ਕੁਝ ਦਿਨ ਰਹਿਣਾ, ਮੈਨੂੰ ਆਹ ਕਮਰਾ ਦਿਓ। ਕਹਿੰਦੇ ਇੱਥੇ ਤਾਂ ਹੁਣ ਬਚਨ ਦੇ। ਕਹਿੰਦੇ ਨਹੀਂ, ਇੱਥੇ ਉਹਨੂੰ ਅਸੀਂ ਫਿਰ ਰੋਜ਼ ਭਾਂਡੇ ਸੋਨੇ ਦੇ ਸਿੱਟਦੀ ਹੈ, ਤਾਂ ਬੇਅੰਤ ਭੰਡਾਰਾ ਹੋ ਜਾਊਗਾ। ਉਹਨੂੰ ਕਹਿੰਦੇ ਬਾਬਾ ਬਾਹਰ ਹੋ, ਤੂੰ ਤਾਂ ਪੱਕਾ ਹੀ ਡੇਰਾ ਲਾ ਕੇ ਬਹਿ ਗਿਆ। ਅੱਗ ਨੂੰ ਆਈ, ਘਰ ਸੰਭਾਲ ਕੇ ਬਹਿ ਗਈ। ਉਹ ਕਹਿੰਦੇ ਤੂੰ ਬਚਨ ਦਿੱਤਾ ਸੀ ਮੈਂ 40 ਦਿਨ ਚਲੀਸਾ ਕਰਨਾ। ਕਹਿੰਦੇ ਰਹਿਣਾ ਤਾਂ ਹੋਰ ਕਮਰਾ ਲੈ ਲੈਣਾ, ਨਹੀਂ ਤਾਂ ਤੁਰਦਾ ਉਹ ਧੱਕੇ ਮਾਰ ਕੇ ਕੱਢਤਾ।
ਤੇ ਮਾਇਆ ਹੁਣ ਆ ਗਈ ਵਿਸ਼ਨੂੰ, ਕਹਿੰਦੀ ਦੇਖ ਲੈ ਮੇਰੇ ਭਗਤ, ਕਹਿੰਦੇ ਹੁਣ ਮੇਰੇ ਵੀ ਦੇਖਿਆ, ਕਹਿੰਦੇ ਤੇਰਾ ਕਿਹੜਾ ਕਬੀਰ ਆ। ਉੱਥੇ ਆ ਗਈ ਮੇਰੀ ਤਾਣੀ ਆ ਇਹ ਬੁਣਦੇ, ਉਹ ਕਹਿੰਦੇ ਵੀ ਆ ਪ੍ਰੇਮੀਆਂ ਦੀ ਲਾਈਨ ਖੜੀ ਆ, ਨੰਬਰਵਾਰ ਸਾਰਾ ਹੋਊਗਾ। ਉਹ ਕਹਿੰਦੇ ਤੈਨੂੰ ਮਜ਼ਦੂਰੀ ਦੁੱਗਣੀ ਚੌਗਣੀ ਤੂੰ, ਕਹਿੰਦੇ ਨਹੀਂ। ਜੇਲੇ ਲੱਗੀ ਹਾਪ ਹਾਪ ਕਰਨ, ਕਮਾਲੀ ਨੂੰ ਕਹਿੰਦੇ ਲਿਆਓ ਛੁਰੀ ਹੈਂ। ਉੱਥੇ ਨੱਕ 'ਤੇ ਮਾੜੀ ਜਿਹੀ ਨਾਸਤਰ ਲਾਤੀ, ਉੱਧਰ ਗੁੱਤ ਜਿਹੀ ਕਰਤੀ, ਅਤੇ ਜਿਹੜੇ ਆ ਗਈ ਕਹਿੰਦੀ ਇਹਲੇ ਮੇਰੇ ਭਗਤ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕੋ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕੀ ਪਿਆਰੀ। ਇਸ ਵਾਸਤੇ ਕਹਿੰਦੇ ਜਿਹੜੇ ਸੰਤ ਆ ਉਹਨੇ ਇਹਨੂੰ ਛੱਡ ਲਿਆ, ਇਹ ਸਾਰੇ ਸੰਸਾਰ ਨੂੰ ਚੱਲਦੀ ਹੈ। ਤਾਂ ਕਾ ਸੰਗ ਬਛ ਹੈ ਸੁਰਦੇਵ, ਐਸੇ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਸੰਗਤ ਨੂੰ ਸੁਰਾਂ ਦਾ ਦੇਵਤਾ ਇੰਦਰ ਵੀ ਬਛ ਚਾਹੁੰਦਾ ਆ। ਹਾਂਜੀ, ਉਹ ਜਿਹੜਾ ਇੰਦਰ ਆ ਨਾ ਉਹ ਵੀ ਸੰਗ ਚਾਹੁੰਦਾ। ਕਹਿੰਦੇ ਮਹਾਂਵੀਰ ਜੀ ਸੀਗੇ ਨਾ ਜੈਨੀਆਂ ਦੇ, ਉਹ ਸਮਾਧੀ ਬੈਠੇ, ਉੱਥੇ ਕੋਈ ਚਰਵਾਹਾ ਸੀ ਪਸ਼ੂ ਚਾਰਦਾ, ਉਹ ਘਰੋਂ ਰੋਟੀ ਰਾਟੀ ਆਈ ਨਾ, ਕਹਿੰਦੇ ਸੰਤ ਜੀ ਮੇਰੇ ਪਸ਼ੂਆਂ ਦਾ ਖਿਆਲ ਰੱਖੋ, ਮੈਂ ਘਰ ਜਾ ਰੋਟੀ ਖਾਵਾਂ। ਉਹਨੇ ਤਾਂ ਸੁਣਿਆ ਨਹੀਂ, ਉਹ ਤਾਂ ਸਮਾਧੀ ਸੀ। ਉਹ ਹੁਣ ਘਰੇ ਗਿਆ, ਜਿਹੜੇ ਮੁੜ ਕੇ ਆ ਤਾਂ ਪਸ਼ੂ ਖਿੰਡ ਖੁੰਡ ਗਿਆ। ਉਹਨੂੰ ਬੜਾ ਗੁੱਸਾ ਆਇਆ, ਮੈਂ ਸੰਤ ਨੂੰ ਕਹਿ ਕੇ ਗਿਆ ਸੀ, ਇਹਨੂੰ ਸੰਭਾਲਿਆ ਨਹੀਂ। ਉਹ ਤਾਂ ਸਮਾਧੀ ਸੁਣਿਆ ਹੀ ਨਹੀਂ। ਉਹਨੇ ਕੀ ਕੀਤਾ ਨਾ, ਕੰਨ ਦੇ ਵਿੱਚ ਕੀਲੀ ਠੋਕ ਕੇ ਆਰ ਪਰ ਕੱਢ ਦਿੱਤੀ, ਅਤੇ ਖੂਨ ਵਗਣਾ ਹੀ ਸੀ। ਅਤੇ ਆਹ ਪਸ਼ੂ ਸਾਹਮਣੇ ਚਲ ਗਿਆ। ਇੰਦਰ ਆ ਗਿਆ ਕਿ ਮਹਾਰਾਜ ਮੈਂ ਤੁਹਾਡੀ ਸੁਰੱਖਿਆ 'ਤੇ ਹੁਣ ਖੜਿਆ ਕਰੂੰ। ਕਹਿੰਦੇ ਤੇਰੀ ਲੋੜ ਨਹੀਂ। ਕਹਿੰਦੇ ਉਹਨੇ ਇਉਂ ਕੀਤੀ, ਕਹਿੰਦੇ ਵੀ ਜੇ ਤਾਂ ਮੈਂ ਪਿਛਲੇ ਜਨਮ ਕੀਤਾ ਹੋ ਅਤੇ ਮੈਂ ਫਲ ਭੋਗ ਲਿਆ, ਜੇ ਉਹਨੇ ਕੀਤਾ ਉਹਦਾ ਕਰਮ ਉਹ ਭੋਗ ਲਊਗਾ। ਇੰਨੀ ਮਹਾਂਪੁਰਖਾਂ ਦੇ ਵਿੱਚ ਸਹਿਜ ਅਵਸਥਾ ਆ ਜਾਂਦੀ ਹੈ। ਅਤੇ ਐਸੇ ਜਿਹੜੇ ਮਾਂ ਕਮਾਈ ਵਾਲੇ ਆ, ਅਤੇ ਜਿਹੜਾ ਕਹਿੰਦੇ ਸੁਰਾਂ ਦਾ ਦੇਵਤਾ ਇੰਦਰ ਆ, ਉਹ ਵੀ ਉਹਨਾਂ ਦੀ ਸੰਗਤ ਕਰਨੀ ਲੋੜਦਾ। ਮਹਾਂਪੁਰਖੋ ਧੰਨ ਹੋ, ਇੰਨੀ ਅਜਰ ਅਵਸਥਾ ਹੈ। ਅਮੋਘ ਦਰਸ ਸਫਲ ਜਾ ਕੀ ਸੇਵ, ਉਹ ਜਿਹੜੇ ਮਹਾਂਪੁਰਖ ਧੰਨ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ 'ਤੇ ਸਾਈਂ ਮੀਆਂ ਮੀਰ ਕਹਿੰਦੇ ਮਹਾਰਾਜ ਹੁਕਮ ਦਿਓ, ਦਿੱਲੀ ਲਾਹੌਰ ਦੀ ਇੰਟਰਨੈਟ ਖੜਕਾ ਦੇ, ਗਰ ਕਰ ਦਈਏ। ਕਹਿੰਦੇ ਅੱਖਾਂ ਮੀਟ ਖੋਲ ਜਿਹੜੇ ਦੇਖੀਆਂ ਦੈਵੀ ਸ਼ਕਤੀਆਂ, ਚਰਨਾਂ 'ਚ ਨਮਸਕਾਰ ਕੀਤੀ। ਬ੍ਰਹਮ ਗਿਆਨੀ ਕਾ ਧੀਰ ਜੇਕ ਜੂੰ ਵਸਦਾ ਕੋ ਖੋਦਾ ਕੋ ਚੰਦਨ ਲੇਪ। ਕਹਿੰਦੇ ਮਹਾਰਾਜ ਇਹ ਸਮਰੱਥਾ ਅਜਰ ਵਸਦਾ ਤੁਸੀਂ ਜਰ ਸਕਦੇ, ਹੋਰ ਨਹੀਂ। ਇਸ ਕਰਕੇ ਉਹਨਾਂ ਦਾ ਦਰਸ਼ਨ ਅਮੋਘ ਆ। ਜਿਵੇਂ ਅਰਜਨ ਦੇ ਬਾਣ ਕਹਿੰਦੇ ਨਿਸਫਲ ਨਹੀਂ ਜਾਂਦੇ, ਉਹਨਾਂ ਦਾ ਦਰਸ਼ਨ ਨਿਸਫਲ ਨਹੀਂ ਜਾਂਦਾ। ਸਫਲ ਜਾ ਕੇ ਸੇਵ, ਉਹਨਾਂ ਦੀ ਸੇਵਾ ਕੀਤੀ ਵੀ ਸਫਲ ਹੈ। ਹਾਂਜੀ, ਹੁਣ ਦੇਖ ਲਓ ਕਾਲਾ ਆਇਆ ਸੀ ਨਾ ਭਤੀਜੇ ਸੰਦਲੀ ਫੂਲ ਨੂੰ ਲੈ ਕੇ ਗੁਰੂ ਹਰਿਰਾਏ ਸਾਹਿਬ ਕੋ ਢਿੱਡ ਵਜਾਉਣ। ਕਹਿੰਦੇ ਕਾਲਾ ਇਹ ਕੀ ਗੱਲ? ਕਹਿੰਦੇ ਮਹਾਰਾਜ ਭੁੱਖੇ ਆ, ਖਾਣ ਨੂੰ ਮੰਗਦੇ ਆ। ਉਹ ਕਹਿੰਦੇ ਓਏ ਇਹਨਾਂ ਦੇ ਘੋੜੇ ਤਾਂ ਜਮਨਾ ਦਾ ਪਾਣੀ ਪੀਣਗੇ। ਸਤਲੁਜ ਅਤੇ ਜਮਨਾ ਦੇ ਵਿਚਾਲੇ ਉਹਨਾਂ ਦਾ ਰਾਜ ਹੋ ਗਿਆ, ਜਿਹੜੇ ਪਟਿਆਲੀ ਵੱਜਦੇ ਆ। ਹਾਂਜੀ, ਕਿ ਭਾਈ ਰਾਮ ਸਿੰਘ, ਤਰਲੋਕ ਸਿੰਘ, ਚਮਕੌਰ ਸਾਹਿਬਜ਼ਾਦੇ ਸ਼ਹੀਦਾਂ ਦਾ ਸੰਸਕਾਰ ਕੀਤਾ, ਅਤੇ ਮਹਾਰਾਜ ਨੇ ਫਿਰ ਹੁਕਮਨਾਮਾ ਦਿੱਤਾ, ਭਾਈ ਰਾਮ ਸਿੰਘ, ਤਰਲੋਕ ਸਿੰਘ, ਤੁਮਾਰਾ ਘਰ ਹਮਾਰਾ ਘਰ ਅਸੇ, ਤੁਹਾਡਾ ਘਰ ਮੇਰਾ ਘਰ ਆ, ਸੇਵਾ ਤੋਂ ਖੁਸ਼ ਹੋ ਕੇ। ਉਹਨਾਂ ਦੀ ਸੇਵਾ ਜਿਹੜੀ ਸਫਲ ਹੁੰਦੀ। ਜਿਲੇ ਉਹ ਘਰ ਗਿਆ ਕਾਲਾ, ਅਤੇ ਘਰ ਵਾਲੀ ਕਹਿੰਦੀ ਵੀ ਭਤੀਜਿਆਂ ਲਈ ਲੈ ਆਇਆ ਪਿਆ, ਪੁੱਤ ਕੀ ਖਾਣਗੇ? ਕਹਿੰਦੇ ਹੁਣ ਸਬਰ ਕਰ, ਪਰ ਉਹ ਹਟੇ ਨਾ, ਕਾਲਾ ਕਰੇ। ਫਿਰ ਮਹਾਰਾਜ ਕੋ ਆ ਗਿਆ। ਮਹਾਰਾਜ ਕਹਿੰਦੇ ਤੂੰ ਫੇਰ ਆ ਗਿਆ। ਉਹ ਹੁਣ ਆਪਣੇ ਵੀ ਨਿਆਣੇ ਉਹਦੇ ਢਿੱਡ ਵਜਾਉਣ। ਕਹਿੰਦੇ ਮਹਾਰਾਜ ਵੀ ਭੁੱਖੇ ਖਾਣ ਨੂੰ ਮੰਗਦੇ ਆ, ਘਰ 'ਚ ਗਾਲਾ ਪੈ ਗਈ ਹੈ। ਕਹਿੰਦੇ ਜਾ ਇਹਨਾਂ ਦਾ ਵੀ ਬਾਈਆ ਹੋਊਗਾ, ਬਾਈ ਪਿੰਡ। ਉਹ ਨਾਭੇ ਵਾਲੇ ਬਣੇ। ਜਿਹੜਾ ਸੇਵਾ ਸ਼ਰਧਾ ਨਾ ਕਰਦਾ ਆ, ਉਹ ਸੇਵਾ ਵਿਅਰਥ। ਸੇਵਾ ਮਾਂ ਪਿਓ ਦੀ ਕਰੋਗੇ, ਜ਼ਮੀਨ ਜਾਇਦਾਦ, ਦੁਕਾਨ ਮਕਾਨ, ਬੈਂਕਰ ਬੈਂਸਲ ਮਿਲ ਜੂਗਾ। ਮੱਝ ਗਾਂ ਦੀ ਕਰੋ, ਦੇਖ ਲਓ ਦੁੱਧ, ਕੱਟੇ ਬੱਚੇ ਮਿਲਣਗੇ। ਦਰੱਖਤ ਦੀ ਕਰ ਲਓ, ਲੱਕੜ ਦਊ, ਛਾਂ ਦਊ, ਫਲ ਦਊਗਾ। ਕੁੱਤੇ ਦੀ ਕਰਕੇ ਦੇਖ ਲਓ ਵੀ ਘਰ ਦੀ ਰਾਖੀ ਕਰੂ, ਤੁਸੀਂ ਸੁੱਤੇ ਹੁੰਦੇ। ਸੇਵਾ ਤਾਂ ਕਿਸੇ ਦੀ ਵੀ ਵਿਅਰਥ ਨਹੀਂ ਜਾਂਦੀ। ਘੋੜੇ ਊਠ ਦੀ ਕਰੋ, ਤੁਹਾਨੂੰ ਸਵਾਰੀ ਲਈ, ਭਾਰ ਢੋਣ ਲਈ ਕਿੰਨਾ, ਅਤੇ ਬੰਦੇ ਦੀ ਕਰੋ, ਗੁਰਮੁਖ ਜਿਹੜਾ ਉਹ ਵੀ ਵੇਲੇ ਕੁ ਵੇਲੇ। ਇਸ ਤਰ੍ਹਾਂ ਕਿਸੇ ਵੱਡੇ ਦੀ ਕਰੋ, ਉਹ ਵੀ ਸਹਾਇਤਾ ਜਿੰਨੇ ਕਿ ਸਮਰੱਥਾ ਕਰ ਦਿੰਦਾ। ਬਾਕੀ ਸੇਵਾ ਜਿਹੜੀਆਂ ਦੇਵੀ ਦੇਵਤਿਆਂ ਦੇ ਕਰੋ, ਮਾਇਆ ਪਦਾਰਥ ਦੇ ਦੇਣਗੇ, ਪੂਰੀ ਸਿੱਧੀ ਵਡਿਆਈ ਦੇ ਦੇਣਗੇ। ਪਰ ਜਿਹੜੀ ਮਹਾਂਪੁਰਖਾਂ ਦੀ ਸੇਵਾ, ਇਹ ਮੁਕਤੀ ਕਲਿਆਣ ਦਿੰਦੀ ਹੈ। ਜਿਹੜੇ ਰੱਬ ਤੋਂ ਵਿਛੜੇ ਉਹਨੂੰ ਮਿਲਾ ਦਿੰਦੀ ਹੈ। ਇਸ ਕਰ ਕਹਿੰਦੇ ਆ
ਅਮੋਘ ਦਰਸ ਸਫਲ ਜਾ ਕਿਸੇ। ਉਹਨਾਂ ਦੇ ਦਰਸ਼ਨ ਕੀਤੇ, ਹਾਂਜੀ, ਉਹਨਾਂ ਦੀ ਸੇਵਾ ਕੀਤੀ, ਉਹ ਵਿਅਰਥ ਨਹੀਂ ਜਾਂਦੀ, ਸਫਲ ਹੋ ਜਾਂਦੀ ਹੈ। ਉਹਨਾਂ ਦਾ ਦਰਸ਼ਨ ਵੀ ਸਫਲ ਆ ਅਤੇ ਉਹਨਾਂ ਦੀ ਸੇਵਾ ਵੀ ਸਫਲ ਆ। ਕਰ ਜੋੜ ਨਾਨਕ ਕਰੇ ਅਰਦਾਸ। ਪਾਤਸ਼ਾਹ ਕਹਿੰਦੇ, ਇਹ ਗੁਰਮੁਖੋ, ਜੇ ਕੁਝ ਲੈਣਾ ਚਾਹੁੰਦੇ ਨਾ, ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਉਸ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ। ਪਾਤਸ਼ਾਹ ਕੀ ਅਰਦਾਸ ਕਰਿਆ ਕਰੀਏ? ਮਹਾਰਾਜ ਕਹਿੰਦੇ, ਮੋਹੇ ਸੰਤ ਹੈ ਟਹਿਲ ਦੀਜੈ ਗੁਣ ਤਾਸ। ਇਹ ਗੁਣਾਂ ਦੇ ਤਾਸ ਖਜ਼ਾਨਾ ਰੂਪੀ ਅਕਾਲ ਪੁਰਖ, ਆਪ ਜੀ ਕਿਰਪਾ ਕਰਕੇ ਮੈਨੂੰ ਸੰਤਾਂ ਦੀ ਟਹਿਲ ਬਖਸ਼ ਦਿਓ, ਸੇਵਾ ਬਖਸ਼ ਦਿਓ। ਕਿਉਂਕਿ ਸੰਤ ਕੀ ਸੇਵਾ ਸਦਾ ਸਹੇਲੀ ਹੈ, ਮਨਮੁਖਾਂ ਦੀ ਸੇਵਾ ਦੁਹੇਲੀ ਹੈ। ਨਿਸ਼ਈਆਂ ਵਿਛਾਈਆਂ ਦੀ ਕਰੋਗੇ ਕੀ ਮਿਲੂਗਾ? ਮਹਾਰਾਜ ਕਹਿੰਦੇ, ਮੋਹੇ ਸੰਤ ਹੈ ਟਹਿਲ ਦੀਜੈ ਗੁਣ ਤਾਸ। ਇਹ ਗੁਣਾਂ ਦੇ ਤਾਸ ਖਜ਼ਾਨਾ ਰੂਪੀ ਪਰਮੇਸ਼ਰ, ਕਿਰਪਾ ਕਰਕੇ ਮੈਨੂੰ ਸੰਤਾਂ ਦੀ ਟਹਿਲ ਸੇਵਾ ਦੇ ਦਿਓ। ਕਿਉਂਕਿ ਮਹਾਂਪੁਰਖਾਂ ਦੀ ਜਿਹੜੀ ਸੇਵਾ ਆ ਉਹ ਕਲਿਆਣਕਾਰੀ ਹੁੰਦੀ ਹੈ। ਸੋ ਪੰਚਮ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਲੱਛਣ ਆ ਵਰਣਨ ਕੀਤੇ ਆ। ਐਸੇ ਜਿਹੜੇ ਮਹਾਂਪੁਰਖ ਆ, ਬਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ। ਕੋਟੀ ਮਤ ਨਾਸ ਹੋ ਜਾਂਦੀ ਹੈ। ਵੱਡਿਆਂ ਭਾਗਾਂ ਨਾਲ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਆ, ਉਹਨਾਂ ਦੀ ਸੇਵਾ ਮਿਲਦੀ ਹੈ। ਸੋ ਇੰਨੀਆਂ ਬੇਨਤੀਆਂ ਮਹਾਰਾਜ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਸਭ ਦੀ ਹਾਜ਼ਰੀ ਦਰ ਪ੍ਰਵਾਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਖਾਲਸਾ ਪੰਥ ਏਕਤਾ ਇਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।